ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। ਸਤਿ ਸ਼੍ਰੀ ਅਕਾਲ ਜੀ, ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਖਾਸ ਮੁਲਾਕਾਤ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅਲੱਗ-ਅਲੱਗ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਵਾਉਂਦੇ ਹਾਂ, ਉਹਨਾਂ ਨਾਲ ਕੁਝ ਸਵਾਲ ਜਵਾਬ ਹੁੰਦੇ ਨੇ। ਸੋ ਅੱਜ ਅਸੀਂ ਹਮੇਸ਼ਾ ਦੇਖ ਰਹੇ ਹਾਂ, ਅੱਜ-ਕੱਲ੍ਹ ਇੱਕ ਮੁੱਦਾ ਬਹੁਤ ਜ਼ਿਆਦਾ ਉੱਠਿਆ ਹੋਇਆ, ਉਹ ਹੈ ਪੰਜਾਬੀ ਭਾਸ਼ਾ ਨੂੰ ਲੈ ਕੇ। ਸਿੰਗਰ ਇਹਦੀ ਅੜਿੱਕੀ ਵਿੱਚ ਆ ਚੁੱਕੇ ਨੇ। ਜੇਕਰ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਦੀ ਗੱਲ ਆਉਂਦੀ ਆ ਤਾਂ ਅਲੱਗ-ਅਲੱਗ ਜਿਹੜੇ ਆ ਹਰੇਕ ਦੇ ਵਿਚਾਰ ਸਾਂਝੇ ਵਿਚਾਰ ਦੇਖਣ ਨੂੰ ਮਿਲਦੇ ਨੇ। ਅਸੀਂ ਪੰਜਾਬ ਤੋਂ ਲੈ ਕੇ ਵਿਦੇਸ਼ਾਂ ਤੱਕ ਦੀ ਗੱਲ ਕਰੀਏ, ਪੰਜਾਬੀ ਭਾਸ਼ਾ ਕਿਤੇ ਗੁਆਚਦੀ ਹੋਈ ਨਜ਼ਰ ਆ ਰਹੀ ਹੈ। ਸੋ ਇਸ ਨੂੰ ਲੈ ਕੇ ਅਲੱਗ-ਅਲੱਗ ਥਾਵਾਂ ਤੇ ਅਸੀਂ ਦੇਖਿਆ ਕਿ ਵਿਸ਼ਵ ਕਾਨਫਰੰਸਿਸ ਵੀ ਹੋਈਆਂ ਨੇ ਪੰਜਾਬੀ ਭਾਸ਼ਾ ਨੂੰ ਲੈ ਕੇ, ਪਰ ਕੀ ਪੰਜਾਬੀ ਭਾਸ਼ਾ ਦਾ ਉਸ ਪੱਧਰ ਤੱਕ ਵਿਕਾਸ ਹੋ ਪਾਇਆ? ਸੋ ਅੱਜ ਇਹਨਾਂ ਸਾਰੇ ਮੁੱਦਿਆਂ ਉੱਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਇਹਨਾਂ ਮੁੱਦਿਆਂ ਉੱਤੇ ਗੱਲਬਾਤ ਕਰਨ ਲਈ ਜੁੜ ਚੁੱਕੇ ਨੇ ਅਜੈਬ ਸਿੰਘ ਚੱਠਾ ਜੀ, ਜੋ ਕਿ ਚੇਅਰਮੈਨ ਨੇ ਜੀ ਪੱਪਾ, ਜੋ ਕਿ ਹੈ ਪੰਜਾਬੀ ਬਿਜ਼ਨਸ ਐਂਡ ਪ੍ਰੋਫੈਸ਼ਨਲ ਐਸੋਸੀਏਸ਼ਨ। ਇਸ ਤੋਂ ਇਲਾਵਾ ਜੀ ਹੁਣ ਤੱਕ ਇਹ 5 ਪੰਜਾਬੀ ਵਿਸ਼ਵ ਕਾਨਫਰੰਸ ਵੀ ਕਰਵਾ ਚੁੱਕੇ ਨੇ। ਸੋ ਇਹਨਾਂ ਦਾ ਪਹਿਲਾਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸਟੂਡੀਓ 'ਚ। ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ। ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਤੇ ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰ, ਬਹੁਤ ਤੁਸੀਂ ਸਮਾਂ ਕੱਢਿਆ ਸਾਡੇ ਸਟੂਡੀਓ ਵਿੱਚ ਆਉਣ ਦਾ, ਉਹਦੇ ਲਈ ਤਾਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੇ ਮੁੱਦਾ ਅਜਿਹਾ ਵਾ ਜਿਹਦੇ ਉੱਤੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ। ਸਾਰੇ ਜਾਣਦੇ ਨੇ ਕਿ ਹਮਦਰਦ ਮੀਡੀਆ ਗਰੁੱਪ ਪੰਜਾਬੀ ਚੈਨਲ ਹੈ। ਸੋ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬੀ ਭਾਸ਼ਾ ਦੇ ਪ੍ਰਸਾਰ ਤੇ ਵਿਕਾਸ ਦੇ ਵਿੱਚ ਅਸੀਂ ਵੀ ਕੋਈ ਮੋਢੀ ਭੂਮਿਕਾ ਨਿਭਾ ਸਕੀਏ। ਸਭ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹੂੰਗੀ, ਤੁਸੀਂ ਪੱਪਾ ਜਿਹੜੀ ਐਸੋਸੀਏਸ਼ਨ ਬਣਾਈ ਆ ਉਹਦੇ ਚੇਅਰਮੈਨ ਤੁਸੀਂ ਰਹੇ ਹੋ, ਇਸ ਐਸੋਸੀਏਸ਼ਨ ਦੇ ਬਾਰੇ ਵਿੱਚ ਦੱਸੋ। ਇਹ ਸਾਡੀ ਐਸੋਸੀਏਸ਼ਨ 2012 ਦੇ ਵਿੱਚ ਇਹ ਬਣੀ ਸੀਗੀ ਤੇ ਸਭ ਤੋਂ ਪਹਿਲਾਂ ਅੰਟਾਰੀਓ ਫਰੈਂਡਸ ਕਲੱਬ ਸੀਗੀ 2008 ਦੇ ਵਿੱਚ, ਜਦੋਂ ਅਸੀਂ ਸਾਰੇ ਬਿਜ਼ਨਸਮੈਨ ਹੈਗੇ ਆ ਤੇ ਇਕੱਠੇ ਹੁੰਦੇ ਸੀਗੇ। ਤੇ ਉਸ ਤੋਂ ਬਾਅਦ ਇੱਕ 2008 ਦੀ ਰਿਪੋਰਟ ਜਿਹੜੀ ਪੰਜਾਬੀ ਦੀ ਅੱਜ ਦੀ ਚਿੰਤਾ ਕਰ ਰਹੇ ਹੋ, ਉਸ ਦਿਨ ਕੁਲਦੀਪ ਨਈਅਰ ਜੀ ਦੀ ਰਿਪੋਰਟ ਆਈ ਸੀਗੀ ਵੀ ਅਗਲੇ 50 ਸਾਲ ਦੇ ਵਿੱਚ ਪੰਜਾਬੀ ਭਾਸ਼ਾ ਖਤਮ ਹੋ ਜਾਣੀ ਆ। ਉਸ ਕਰਕੇ ਅਸੀਂ ਉਹ ਕਾਲਮ ਫਾਊਂਡੇਸ਼ਨ ਦੇ ਬਹਾਵ ਦੇ ਤੌਰ ਤੇ ਇਹਦੇ ਬਾਰੇ ਸੋਚਿਆ ਵੀ ਇਹਨੂੰ ਪੰਜਾਬੀ ਭਾਸ਼ਾ ਨੂੰ ਕਿਵੇਂ ਪ੍ਰਫੁੱਲਤ ਕੀਤਾ ਜਾ ਸਕਦਾ ਹੈਗਾ, ਵੀ ਉਹ ਸਾਹਿਤਕਾਰਾਂ ਨੂੰ ਇਕੱਠੇ ਕਰੋ। ਉਹ ਇਕੱਠੇ ਕਰਨ ਦੇ ਲਈ ਪਹਿਲੀ ਵਾਰੀ 2009 'ਚ ਅਸੀਂ ਕਾਨਫਰੰਸ ਕਰਾਈ ਸੀਗੀ ਤੇ ਉਸ ਤੋਂ ਬਾਅਦ 2012 ਦੇ ਵਿੱਚ ਅਸੀਂ ਇਹ ਰਜਿਸਟਰ ਕਰਾਈ ਹੈਗੀ ਆ ਤੇ ਉਹਦੇ ਥੱਲੇ ਅਸੀਂ ਇਹ ਕੰਮ ਕਰ ਰਹੇ ਹੈਗੇ ਹਾਂ। ਜੀ ਬਿਲਕੁਲ, ਇਹਦੇ ਨਾਲ ਹੀ ਮੈਂ ਦੇਖਿਆ ਕਿ ਆਪਾਂ ਗੱਲਬਾਤ ਕਰ ਰਹੇ ਸੀ ਪਹਿਲਾਂ ਕਿ ਤੁਸੀਂ 5 ਵਿਸ਼ਵ ਪੰਜਾਬੀ ਕਾਨਫਰੰਸ ਦੇ ਵੀ ਚੇਅਰਮੈਨ ਰਹਿ ਚੁੱਕੇ ਹੋ ਤੇ ਹੁਣ ਜਿਹੜੀ ਇੱਕ ਹੋਰ ਹੋਣ ਜਾ ਰਹੀ ਹੈ 6ਵੀਂ, ਉਹਦੇ ਵੀ ਤੁਸੀਂ ਚੇਅਰਮੈਨ ਹੈਗੇ ਹੋ। ਪੰਜਾਬੀ ਭਾਸ਼ਾ ਦੀ ਗੱਲ ਕੀਤੀ ਜਾਵੇ ਤਾਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਚੇਅਰਮੈਨ ਬਣਨ ਦਾ ਜੋ ਤੁਹਾਨੂੰ ਸੁਭਾਗ ਪ੍ਰਾਪਤ ਹੋਇਆ, ਇਹਦੇ ਬਾਰੇ ਵਿੱਚ ਦੱਸੋ। ਜਿਹੜੀਆਂ 5 ਕਾਨਫਰੰਸਿਸ ਰਹੀਆਂ, ਕਿਵੇਂ ਦੀਆਂ ਰਹੀਆਂ? ਮੇਰਾ ਬਹੁਤ ਅੱਛਾ ਇਹਦੇ ਬਾਰੇ ਤਜਰਬਾ ਰਿਹਾ। ਜੇ ਅੱਜ ਤੁਸੀਂ 12 ਸਾਲ ਪਹਿਲਾਂ ਸੋਚੋ, ਉਸ ਦਿਨ ਕੁਲਦੀਪ ਨਈਅਰ ਜੀ ਕਹਿੰਦੇ ਸੀ ਵੀ ਅਗਲੇ 50 ਸਾਲ ਦੇ ਵਿੱਚ ਭਾਸ਼ਾ ਖਤਮ ਹੋ ਜਾਣੀ ਹੈਗੀ ਆ, ਤੇ ਮੈਂ ਸਮਝਦਾ ਜੇ ਪਿਛਲੇ ਤੁਸੀਂ 2008 ਤੋਂ ਬਾਅਦ ਦੇਖੋ ਉਦੋਂ ਵਧੀ ਹੈਗੀ ਆ। ਇਹ ਕੋਈ ਨੈਗੇਟਿਵ ਨਹੀਂ ਸੋਚਣਾ ਚਾਹੀਦਾ ਸਾਨੂੰ। ਤੁਸੀਂ ਕਿਹਾ ਕਿ ਪੰਜਾਬੀ ਭਾਸ਼ਾ ਵਧੀ ਆ, ਪਰ ਜੇ ਅਸੀਂ ਪੰਜਾਬ ਦੇ ਵਿੱਚ ਹੀ ਝਾਤ ਮਾਰੀਏ, ਪੰਜਾਬ ਤੋਂ ਇਸ ਭਾਸ਼ਾ ਦਾ ਓਰੀਜਨ ਹੋਇਆ ਤੇ ਅੱਜ ਪੰਜਾਬੀ ਉੱਥੋਂ ਦੇ ਸਕੂਲਾਂ ਵਿੱਚ ਪੜ੍ਹਾਈ ਨਹੀਂ ਜਾ ਰਹੀ ਹੈਗੀ। ਉੱਥੋਂ ਦੇ ਚਾਹੇ ਕਨਵੈਂਟ ਸਕੂਲ ਹੋਣ, ਚਾਹੇ ਉਹ ਗਵਰਨਮੈਂਟ ਸਕੂਲ ਹੋਣ, ਪੰਜਾਬੀ ਭਾਸ਼ਾ ਇੱਕ ਪਾਸੇ ਕਰ ਦਿੱਤੀ ਗਈ ਆ। ਅੱਜ ਪੰਜਾਬ ਤੇ ਪੰਜਾਬੀ ਭਾਸ਼ਾ ਇਹ 5 ਦਰਿਆਵਾਂ ਦੀ ਭਾਸ਼ਾ ਨਹੀਂ ਗੀ, ਨਾ ਉਸ ਇਲਾਕੇ ਦਾ, ਨਾ ਹੀ ਇਕੱਲਾ ਪੰਜਾਬ ਹੈਗਾ। ਅੱਜ ਕੱਲ੍ਹ 7 ਸਮੁੰਦਰਾਂ ਦੀ ਇਹ ਭਾਸ਼ਾ ਬਣ ਚੁੱਕੀ ਹੈਗੀ ਆ। ਜੇ ਪੰਜਾਬੀਆਂ ਨੂੰ ਖਤਰਾ ਸੀਗਾ, ਜੇ ਪੰਜਾਬ ਨੂੰ ਖਤਰਾ ਸੀਗਾ, ਇਹ ਬਹੁਤ ਪੁਰਾਣੇ ਪਹਿਲਾਂ ਸੀਗਾ ਜੋ ਜੰਗਲਾਂ 'ਚ ਲੁਕੇ ਰਹਿੰਦੇ ਰਹੇ ਹੈਗੇ ਆ। ਅੱਜ ਪੰਜਾਬੀਆਂ ਨੂੰ ਕੋਈ ਖਤਰਾ ਨਹੀਂਗਾ। ਕਿਹੜੇ ਮੁਲਕਾਂ ਵਿੱਚ ਜਾ ਕੇ ਜਿਹੜੇ ਉੱਚੀਆਂ ਪਦਵੀਆਂ ਤੇ ਜਿਹੜੀਆਂ ਪੋਜੀਸ਼ਨਾਂ ਉਹ ਪੋਲੀਟੀਕਲ ਹੋਣ, ਰਿਲੀਜੀਅਸ ਹੋਣ, ਚਾਹੇ ਤੁਹਾਡੀਆਂ ਜੌਬਸ ਹੀ ਹੋਣ, ਜਿਹੜੇ ਲੈਵਲ ਦੀਆਂ ਹੈਗੀਆਂ ਵਾ, ਹੁਣ ਪੰਜਾਬੀਆਂ ਨੂੰ ਉਸ ਲੈਵਲ ਦਾ ਖਤਰਾ ਨਹੀਂਗਾ। ਜਿਹੜਾ ਨੈਗੇਟਿਵ ਇਹ ਬੋਲਿਆ ਜਾਂਦਾ ਹੈਗਾ, ਮੈਂ ਇਹਨਾਂ ਸਹਿਮਤ ਨਹੀਂਗਾ। ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ? ਨੋ। ਹੁਣ ਇਸ ਵੇਲੇ ਪੰਜਾਬੀਆਂ ਦੀ ਮੈਂ ਆਪਣੇ ਤੌਰ ਤੇ ਕਹਿਣਾ ਹੋਵੇ ਤੇ ਬੱਲੇ ਬੱਲੇ ਹੈਗਾ। ਜਿੰਨਾ ਇਹ ਆਪਣੇ ਆਪ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰ ਚੁੱਕੇ ਆ, ਜਿੰਨੇ ਗੁਰਦੁਆਰਾ ਸਾਹਿਬਾਨ ਦੁਨੀਆ 'ਚ ਬਣ ਚੁੱਕੇ ਹੈਗੇ ਆ। ਹੁਣ ਮੈਂ ਇਕੱਲੇ ਸਿੱਖਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਪੰਜਾਬੀਆਂ ਦੀ ਜਦੋਂ ਗੱਲ ਕਰਦਾ ਹੈਗਾ, ਪੰਜਾਬੀਆਂ ਦੀ ਇਸ ਵੇਲੇ ਸੰਸਾਰ ਦੇ ਵਿੱਚ ਬੱਲੇ ਬੱਲੇ ਹੈਗਾ। ਉਸ ਲੈਵਲ ਦਾ ਖਤਰਾ ਜੇ ਪੰਜਾਬ 'ਚ ਕੁਛ ਘਟੇ ਵੀ ਹੈਗੇ ਆ ਤੇ ਅਸੀਂ ਬਾਹਰਲੇ ਦੇਸ਼ਾਂ 'ਚ ਵਧੇ ਵੀ ਆ, ਸਾਨੂੰ ਉਹਦਾ ਵੀ ਧਿਆਨ ਰੱਖਣਾ ਚਾਹੀਦਾ ਹੈਗਾ। ਬਿਲਕੁਲ, ਅਸੀਂ ਨੋ ਡਾਊਟ ਬਾਹਰਲੇ ਦੇਸ਼ਾਂ ਵਿੱਚ ਵਧਿਆ, ਪਰ ਕਹਿੰਦੇ ਆ ਕਿ ਜਦੋਂ ਆਪਣੀਆਂ ਜੜ੍ਹਾਂ ਨੂੰ ਅਸੀਂ ਭੁੱਲ ਜਾਂਦੇ ਹਾਂ ਤਾਂ ਉਹ ਚੀਜ਼ ਜ਼ਿਆਦਾ ਦੇਰ ਤੱਕ ਕਾਇਮ ਨਹੀਂ ਰਹਿੰਦੀ। ਪੰਜਾਬ ਦੀ ਗੱਲ ਕਰੀਏ, ਇਸ ਵਕਤ ਪੰਜਾਬ ਤੋਂ ਇਲਾਵਾ ਜਿਹੜੇ ਪੰਜਾਬੀ ਬੋਲਣ ਵਾਲੇ ਸੂਬੇ ਸੀਗੇ, ਚਾਹੇ ਉਹ ਚੰਡੀਗੜ੍ਹ ਹੋਵੇ, ਚਾਹੇ ਉਹ ਹਿਮਾਚਲ ਹੋਵੇ, ਉਹਨਾਂ ਵਿੱਚ ਤਾਂ ਪੰਜਾਬੀ ਲਗਭਗ ਅਲੋਪ ਹੋ ਚੁੱਕੀ ਹੈ। ਤੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਹੁਣ ਪੰਜਾਬੀ ਨੂੰ ਅਸੀਂ ਸਾਈਨ ਬੋਰਡਸ ਵੀ ਉੱਥੇ ਦੇਖ ਲਈਏ ਤਾਂ ਤੀਸਰੇ ਨੰਬਰ ਤੇ ਪੰਜਾਬੀ ਆਉਂਦੀ ਹੈ, ਪਹਿਲਾਂ ਇੰਗਲਿਸ਼, ਫਿਰ ਹਿੰਦੀ ਆਉਂਦੀ ਹੈ। ਤੁਹਾਡੇ ਨਾਲ ਬਿਲਕੁਲ ਸਹਿਮਤ ਹੈਗਾ। ਇਹਦੇ ਲਈ ਤੁਹਾਨੂੰ ਚਿੰਤਾ ਨਹੀਂ ਕਰਨ ਦੀ ਲੋੜ, ਥੋੜ੍ਹਾ ਜਿਹਾ ਯਤਨ ਕਰਨ ਦੀ ਲੋੜ ਹੈਗੀ ਆ। ਕਿਉਂਕਿ ਜੇ ਤੁਸੀਂ ਜਿਹੜਾ ਵੀ ਇਨਸਾਨ ਕੋਈ ਆਪਣੀ ਮਾਤ ਭਾਸ਼ਾ ਦੇ ਵਿੱਚ ਮੁੱਢਲੀ ਸਿੱਖਿਆ ਲੈਂਦਾ ਹੈਗਾ ਵਾ ਤੇ ਦੂਸਰੀਆਂ ਭਾਸ਼ਾਵਾਂ ਨੂੰ ਬਾਅਦ 'ਚ ਭਾਸ਼ਾ ਸਿੱਖ ਲਵੇ, ਉਹੀ ਹੈਗਾ
ਪਰ ਪੰਜਾਬ ਦੇ ਵਿੱਚ ਇੱਕ ਜਿਹੜਾ ਇੰਗਲਿਸ਼ ਦੇ ਵਿੱਚ ਗਿਆਨ ਲੈਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ, ਉਹ ਬਹੁਤ ਗਲਤ ਫੈਸਲਾ ਹੈਗਾ। ਲੋੜ ਤਾਂ ਇਹਦੀ ਸੀ ਵੀ ਕੋਈ ਸਾਇੰਸ ਦੀਆਂ ਕਿਤਾਬਾਂ, ਲਾਅ ਦੀਆਂ ਕਿਤਾਬਾਂ, ਇੰਜੀਨੀਅਰਿੰਗ ਦੀਆਂ ਕਿਤਾਬਾਂ ਸਾਰੀਆਂ ਨੂੰ ਟਰਾਂਸਲੇਟ ਪੰਜਾਬੀ 'ਚ ਕਰਕੇ ਉਹਦਾ ਗਿਆਨ ਲਿਆ ਜਾਂਦਾ, ਪਰ ਅਸੀਂ ਉਹ ਗਿਆਨ ਇੰਗਲਿਸ਼ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹਦੇ ਨਾਲ ਬੱਚੇ ਅਨਪੜ੍ਹ ਰਹਿੰਦੇ ਜਾ ਰਹੇ ਆ, ਮਾਪਿਆਂ ਪਰ ਫਾਈਨੈਂਸ਼ੀਅਲ ਬੋਝ ਹੈਗਾ ਵਾ। ਤੇ ਸਾਨੂੰ ਸਾਰਿਆਂ ਨੂੰ ਜ਼ੋਰ ਚਲਾਉਣਾ ਚਾਹੀਦਾ ਵੀ ਅਸੀਂ ਆਪਣੀ ਮਾਤ ਭਾਸ਼ਾ ਦੇ ਵਿੱਚ ਮੁੱਢਲੀ ਪੜ੍ਹਾਈ ਕਰੀਏ। ਪਰ ਮੈਂ ਇਹ ਨਹੀਂ ਕਹਿੰਦਾ ਦੂਜੀਆਂ ਭਾਸ਼ਾਵਾਂ ਨਾ ਸਿੱਖੋ। ਵੈਸੇ ਤੁਸੀਂ ਭਾਸ਼ਾ ਪੁਰਾਣੇ ਜ਼ਮਾਨੇ ਵਿੱਚ ਤੁਸੀਂ 6ਵੀਂ ਤੱਕ ਤੁਸੀਂ ਪੰਜਾਬੀ ਭਾਸ਼ਾ 'ਚ ਪੜ੍ਹਦੇ ਸੀਗੇ। ਉਦੋਂ ਬਾਅਦ 'ਚ ਜਿਹਨੂੰ ਇੱਕ ਭਾਸ਼ਾ ਆਪਦੀ ਬਹੁਤ ਚੰਗੀ ਤਰ੍ਹਾਂ ਆਉਂਦੀ ਹੋਵੇ, ਉਹ ਦੂਸਰਿਆਂ ਤਰਜੀਹ ਇੰਗਲਿਸ਼ ਹੋਵੇ ਜਾਂ ਕੋਈ ਭਾਸ਼ਾ ਹੋਵੇ, ਬਹੁਤ ਸੌਖੇ ਢੰਗ ਨਾਲ ਸਿੱਖ ਸਕਦਾ। ਦੂਸਰੀ ਭਾਸ਼ਾ ਸਿੱਖਣੀ ਹੈਗੀ ਆ, ਤੁਸੀਂ 1 ਸਾਲ ਸਿੱਖ ਲਓਗੇ, 1.5 ਸਾਲ ਸਿੱਖ ਲਓਗੇ, 2 ਸਾਲ ਸਿੱਖ ਲਓਗੇ, ਇਸ ਤੋਂ ਵੱਧ ਤੁਹਾਨੂੰ ਲੋੜ ਨਹੀਂ ਪੈਂਦੀ। ਪਰ ਜਿਹੜਾ ਗਿਆਨ ਲੈਣਾ ਹੈਗਾ, ਤੁਹਾਨੂੰ ਆਪਦੀ ਭਾਸ਼ਾ 'ਚ ਲੈਣਾ ਚਾਹੀਦਾ ਹੈਗਾ। ਜੇ ਇਹੋ ਜਿਹੇ ਪੰਜਾਬੀ ਨਹੀਂ ਲੈ ਰਿਹਾ, ਤੇ ਕੋਸ਼ਿਸ਼ ਅਸੀਂ ਵੀ ਕਰ ਰਹੇ ਹੈਗੇ, ਤਾਂ ਹਰੇਕ ਨੂੰ ਬਾਕੀਆਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਆ। ਜਿਹੜੀ ਮੁੱਢਲੀ ਪੜ੍ਹਾਈ ਹੈਗੀ ਆ, ਆਪਦੀ ਮਾਤ ਭਾਸ਼ਾ 'ਚ ਲਓ। ਜੇ ਚਾਈਨੀਜ਼ ਕਾਮਯਾਬ ਹੈਗੇ ਆ, ਰਸ਼ੀਅਨਸ ਕਾਮਯਾਬ ਹੈਗੇ ਆ, ਜਰਮਨ ਕਾਮਯਾਬ ਹੈਗੇ ਆ, ਤੇ ਸਾਨੂੰ ਇਹ 'ਚ ਕਿਉਂ ਸ਼ਰਮ? ਆਪਣੀ ਭਾਸ਼ਾ ਵਿੱਚ ਜਿਹੜਾ ਬੰਦਾ ਬੋਲਦਾ ਵਾ, ਗਿਆਨ ਲੈਂਦਾ, ਉਹ ਬੜਾ ਸੌਖਾ ਤੇ ਛੇਤੀ ਲੈ ਲੈਂਦਾ। ਵਿਦੇਸ਼ਾਂ ਦੀ ਜੇ ਗੱਲ ਕਰੀਏ ਤਾਂ ਤੁਹਾਨੂੰ ਲੱਗਦਾ ਵਿਦੇਸ਼ਾਂ ਨੇ ਜੇ ਪੰਜਾਬੀ ਮਾਂ ਬੋਲੀ ਨੂੰ ਸਾਂਭ ਕੇ ਰੱਖਿਆ, ਤਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਇਸ ਵਿੱਚ ਬਹੁਤ ਵੱਡਾ ਹੱਥ ਹੈ, ਕਿਉਂਕਿ ਇੱਥੇ ਅਸੀਂ ਦੇਖ ਰਹੇ ਹਾਂ ਕਿ ਹੁਣ ਓਫੀਸ਼ੀਅਲ ਲੈਂਗੁਏਜ ਦੇ ਵਿੱਚ ਪੰਜਾਬੀ ਵੀ ਸ਼ਾਮਿਲ ਹੋ ਚੁੱਕੀ ਹੈ। ਇਹ ਤਾਂ ਦੂਜੀ ਰਾਏ ਨਹੀਂ, ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਸਹੀ ਹੈਗਾ। ਅਸੀਂ ਜਿਹੜੇ ਜੇ ਹਿੰਦੁਸਤਾਨ ਦੀ ਆਜ਼ਾਦੀ ਦੀ ਵੀ ਗੱਲ ਚੱਲੀ ਸੀ, ਉਹ ਵੀ ਕਿਤੇ ਬਾਹਰੋਂ ਚੱਲੀ ਸੀਗੀ। ਤੇ ਜਿਹੜੀ ਆਹ ਗੱਲ ਹੁਣ ਚੱਲ ਰਹੀਆਂ ਹੈਗੀਆਂ ਵਾ, ਅਸੀਂ ਬਾਹਰਲੇ ਦੇਸ਼ਾਂ 'ਚ ਜਿਹੜੇ ਇਹਦਾ ਫਿਕਰਮੰਦ ਹੈਗੇ ਕਰ ਰਹੇ ਹੈਗੇ ਆ, ਤੇ ਸਾਰੇ ਹੀ, ਮੈਂ ਇਕੱਲਾ ਨਹੀਂ ਕਰ ਰਿਹਾ, ਸਾਰੇ ਜਿਹੜਾ ਵੀ ਕੋਈ ਕਰ ਰਿਹਾ ਹੈਗਾ, ਸਾਰੇ ਇਹਦੇ ਲਈ ਵਧੀਆ ਕੰਮ ਕਰ ਰਹੇ। ਵਿਸ਼ਵ ਪੰਜਾਬੀ ਕਾਨਫਰੰਸ ਦੀ ਗੱਲ ਕਰੀਏ, ਤੁਸੀਂ 2009, 2011, 2015, 2017 ਤੇ 2019 ਦੇ ਵਿੱਚ ਚੇਅਰਮੈਨ ਰਹੇ ਹੋ। 9 ਤੋਂ ਲੈ ਕੇ 19 ਤੱਕ ਦਾ ਇਹ ਸਫ਼ਰ ਕਿਵੇਂ ਦਾ ਰਿਹਾ? ਕਿੰਨੇ ਕੁ ਲੋਕ ਜਿਹੜੇ ਆ ਤੁਹਾਡੇ ਕਾਰਵਾ ਦੇ ਨਾਲ ਤੁਰੇ? ਤੇ ਸਭ ਤੋਂ ਪਹਿਲਾਂ ਮੇਰਾ ਕੋਈ ਨਾ ਪੰਜਾਬੀ ਨਾਲ ਸੰਬੰਧ ਨਹੀਂ ਸੀਗਾ, ਤੇ ਉਦੋਂ ਕੈਨੇਡਾ ਦਾ ਕਿਸੇ ਨੂੰ ਵੀਜ਼ਾ ਦਿਵਾਉਣਾ ਤੇ ਕਿਸੇ ਨੂੰ ਲੈ ਕੇ ਆਉਣਾ ਤੇ ਇੰਨਾ ਸੌਖਾ ਨਹੀਂ ਹੁੰਦਾ। ਜੇ ਕੋਈ ਇੰਡੀਆ ਕਾਨਫਰੰਸ ਕਰਨੀ ਹੋਵੇ, ਪਾਕਿਸਤਾਨ ਕਰਨੀ ਹੋਵੇ, ਤਾਂ ਲੋਕ ਬੱਸ 'ਚ ਬਹਿ ਕੇ ਦੂਜੀ ਥਾਂ ਚਲੇ ਜਾਂਦੇ ਹੈਗੇ ਆ, ਕਿਉਂਕਿ ਕੈਨੇਡਾ ਵਿੱਚ ਜੇ ਕਹਿ ਮੈਂ ਹੋਵਾਂ ਚਾਹੇ MP ਹੋਵੇ, ਕੋਈ ਵੀ ਹਰੇਕ ਦੇ ਵੱਸ 'ਚ ਨਹੀਂ ਹੁੰਦਾ ਵੀ ਕਿਹਨੂੰ ਵੀਜ਼ਾ ਮਿਲਣਾ ਤੇ ਕਿਹਨੂੰ ਨਹੀਂ ਮਿਲਣਾ। ਉਦੋਂ ਸਾਡੇ ਕੋਲ ਸਿਰਫ 35 ਬੰਦੇ ਆਏ ਸੀਗੇ। ਉਸ ਤੋਂ ਬਾਅਦ ਜਿਹੜੀ 2011 ਦੀ ਕਾਨਫਰੰਸ ਸੀ, ਉਹ ਸਾਡੇ ਕੋਲ 65 ਬੰਦੇ ਆਏ ਹੈਗੇ ਆ। ਜਿਹੜੀ 15 ਵਾਲੀ ਕਾਨਫਰੰਸ ਆ, 115 ਬੰਦੇ ਆਏ ਹੈਗੇ ਆ। ਉਸ ਤੋਂ ਬਾਅਦ ਵੱਖ-ਵੱਖ ਦੇਸ਼ਾਂ ਤੋਂ 116 ਬੰਦੇ ਆਏ 2017 ਵਾਲੀ ਵਿੱਚ, ਤੇ ਪਿਛਲੀ ਕਾਨਫਰੰਸ 2019 ਵਿੱਚ ਜਿਹੜੀ ਹੋਈ ਹੈਗੀ ਆ, ਮੇਰੇ ਖਿਆਲ ਦੇ ਵਿੱਚ ਇਦੋਂ ਵੱਡੀ ਕਾਨਫਰੰਸ ਮੈਂ ਨਹੀਂ ਦੇਖੀ, ਜਿੱਥੇ 133 ਵੱਖ-ਵੱਖ ਦੇਸ਼ਾਂ ਦੇ ਵਿਦਵਾਨ, ਜਿਨ੍ਹਾਂ ਵਿੱਚ ਵਾਈਸ ਚਾਂਸਲਰ ਵੱਡੇ ਵੱਡੇ ਵਿਦਵਾਨ ਪਹੁੰਚੇ ਹੋਣ, ਤੇ ਉਹ ਮੈਂ ਪਹਿਲੀ ਕਾਨਫਰੰਸ ਦੇਖੀ ਹੈਗੀ ਆ ਜਿਹ 'ਚ ਇੰਨੀ ਵੱਡੀ ਗਿਣਤੀ 'ਚ ਲੋਕ ਆਏ ਹੈਗੇ। ਬਿਲਕੁਲ, ਤੁਸੀਂ ਦੱਸਿਆ ਕਿ ਵੀਜ਼ਾ ਲੈਣਾ ਵੀ ਉਸ ਵੇਲੇ ਔਖਾ ਹੁੰਦਾ ਸੀ, ਵੀਜ਼ਾ ਪ੍ਰੋਵਾਈਡ ਕਰਵਾਉਣ ਲਈ ਤੁਹਾਨੂੰ ਸਾਰੇ ਕੰਮ ਵੀ ਕਰਨੇ ਪੈਂਦੇ ਸੀ। ਜਦੋਂ ਪਹਿਲੀ ਵਾਰੀ ਇਹ ਹਮਲਾ ਮਾਰਿਆ, ਉਸ ਵਕਤ ਕਿੰਨੇ ਕੁ ਲੋਕੀ ਜਿਹੜਾ ਸੀ ਤੁਹਾਡਾ ਸਾਥ ਦੇਣ ਲਈ ਤਿਆਰ ਸੀ? ਕਿਉਂਕਿ ਪਹਿਲੀ ਵਾਰੀ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਉਣ ਜਾ ਰਹੀ ਸੀ, ਤਜਰਬਾ ਵੀ ਬਹੁਤ ਮਾਇਨੇ ਰੱਖਦਾ ਆ। ਉਤੋਂ ਦੀ ਕਹਿੰਦੇ ਕੋਈ ਵੀ ਕੰਮ ਅਸੀਂ ਚੰਗਾ ਕਰਨ ਲੱਗਦੇ ਹਾਂ, ਲੱਤਾਂ ਖਿੱਚਣ ਵਾਲੇ 100 ਲੋਕੀ ਹੁੰਦੇ ਆ ਨਾਲ। ਲੋਕਾਂ ਸਿਰ ਫਿਰ ਉਹਨਾਂ ਬਾਰੇ ਨਾ ਸੋਚੋ ਨਾ, ਤੇ ਦੇਖੋ ਨਾ, ਫਿਰ ਤੁਸੀਂ ਕੰਮ ਕਰੀਦੇ ਰਹਿੰਦੇ ਹੈਗੇ ਹੋ। ਤੇ ਮੈਂ ਆਪਣੇ ਨਾਲ ਦੇ ਬੰਦਿਆਂ ਨੂੰ ਪਹਿਲਾਂ ਨਾ ਜ਼ਰੂਰ ਹੁੰਦਾ ਤੁਹਾਡੇ, ਸਾਡੀ ਜੇ ਕਹੋ ਤਾਂ ਨੈਗੇਟਿਵ ਐਡਵਰਟਾਈਜ਼ਮੈਂਟ ਕਰਨ ਵਾਲੇ ਸਾਨੂੰ ਬਹੁਤ ਮਸ਼ਹੂਰ ਕੀਤਾ। ਜੇ ਅਸੀਂ 35 ਤੋਂ ਲੈ ਕੇ ਹੁਣ 133 ਤੱਕ ਪਹੁੰਚੇ ਹੈਗੇ ਆ, ਤੇ ਸਾਡੇ ਨੈਗੇਟਿਵ ਜਿਹੜੇ ਐਡਵਰਟਾਈਜ਼ਮੈਂਟ ਕਰਦੇ ਸੀ, ਉਹਨੇ ਸਾਡੀ ਦੁਨੀਆ ਦੇ ਵਿੱਚ ਉਹਨੂੰ ਸਾਨੂੰ ਜ਼ਿਆਦਾ ਸਾਡਾ ਪ੍ਰਚਾਰ ਕੀਤਾ, ਤੇ ਉਹਦਾ ਸਾਨੂੰ ਉਹਦਾ ਫਾਇਦਾ ਹੋਇਆ। ਸਗੋਂ ਉਹਨਾਂ ਦੇ ਵੀ ਧੰਨਵਾਦੀ ਹੋਣਾ ਚਾਹੀਦਾ। ਜੇ ਉਹ ਕਿਸੇ ਦੀ ਕੰਮ ਕਰਦੇ ਹੋ, ਚੰਗਾ ਕੰਮ ਕਰੋ। ਜੇ ਤੁਹਾਡੀ ਕੋਈ ਵਿਰੋਧਤਾ ਨਹੀਂ ਹੁੰਦੀ, ਸਮਝੋ ਤੁਸੀਂ ਕਦੀ ਕੀਤਾ ਹੀ ਕੁਛ ਨਹੀਂਗਾ। ਚੱਠਾ ਸਾਹਿਬ, ਮੈਂ ਇੱਕ ਗੱਲ ਜ਼ਰੂਰ ਪੁੱਛਣਾ ਚਾਹੂੰਗੀ। ਵਿਸ਼ਵ ਪੰਜਾਬੀ ਕਾਨਫਰੰਸ ਹੁਣ ਅਸੀਂ ਦੇਖ ਰਹੇ ਹਾਂ ਕਿ ਲਗਭਗ ਹਰ ਥੋੜੇ ਜਿਹੇ ਸਮੇਂ ਬਾਅਦ ਵਿਸ਼ਵ ਪੰਜਾਬੀ ਕਾਨਫਰੰਸ ਹੋ ਜਾਂਦੀ ਹੈ, ਤੇ ਵੱਖ-ਵੱਖ ਗਰੁੱਪਸ ਮਿਲ ਕੇ ਇਹ ਕਾਨਫਰੰਸ ਕਰਵਾਉਂਦੇ ਨੇ। ਸੋ ਇੱਕ ਤਰ੍ਹਾਂ ਨਾਲ ਇਹ ਵੀ ਇੱਕ ਚੀਜ਼ ਵੰਡੀ ਜਾ ਚੁੱਕੀ ਆ। ਇਹ ਇੱਦਾਂ ਨਹੀਂ ਹੈ ਕਿ ਸਾਰੇ ਮਿਲ ਕੇ ਹੀ ਇੱਕ ਕਾਨਫਰੰਸ ਕਰਵਾਉਣ, ਜਿਹਦਾ ਕੋਈ ਨਿਚੋੜ ਵੀ ਸਾਹਮਣੇ ਸਾਰਥਕ ਤਰੀਕੇ ਨਾਲ ਆ ਸਕੇ। ਕੁਝ ਗਰੁੱਪਸ ਮਿਲ ਕੇ ਇੱਕ ਵਾਰੀ ਕਾਨਫਰੰਸ ਕਰਵਾ ਦਿੰਦੇ ਆ, ਕੁਝ ਗਰੁੱਪਸ ਮਿਲ ਕੇ ਕਿਤੇ ਇੱਕ ਵਾਰੀ ਕਾਨਫਰੰਸ ਕਰਵਾ ਦਿੰਦੇ ਆ। ਇਹਦਾ ਕੀ ਨਤੀਜਾ ਨਿਕਲਦਾ ਆ? ਇਹ ਏਦਾਂ ਲੱਗਦਾ ਕਿ ਜਿਵੇਂ ਪਾੜ ਪਿਆ ਹੁੰਦਾ ਆਪਸ ਦੇ ਵਿੱਚ ਹੀ। ਨਹੀਂ, ਪਾੜ ਨਹੀਂ ਪਿਆ, ਇਹਦਾ ਕੋਈ ਫਾਇਦਾ ਹੀ ਹੁੰਦੇ ਹੈਗੇ ਆ। ਜਿੰਨੀਆਂ ਜ਼ਿਆਦਾ ਵਿਦਵਾਨ ਇਕੱਠੇ ਹੋਣਗੇ, ਬਾਹਲੀ ਵਾਰੀ ਇਕੱਠੇ ਹੋਣਗੇ, ਉਹਦਾ ਫਾਇਦਾ ਹੁੰਦਾ, ਨੁਕਸਾਨ ਨਹੀਂ ਹੁੰਦਾ। ਇਹ ਉਸੇ ਤਰ੍ਹਾਂ ਹੀ ਆ, ਜਿਵੇਂ ਬਹੁਤ ਕਹਿੰਦੇ ਪਾੜੋ ਭਾਰ ਪੈ ਗਿਆ ਜੀ, ਇੱਥੇ ਇਹਨੇ ਗੁਰਦੁਆਰਾ ਖੋਲ੍ਹਿਆ, ਇਹਨੇ ਵੀ ਗੁਰਦੁਆਰਾ ਖੋਲ੍ਹਿਆ। ਉਹ ਗੁਰਦੁਆਰਾ ਕੋਈ ਵੀ ਖੋਲ੍ਹੇ ਹੋਊਗਾ ਤਾਂ ਉੱਥੇ ਮਹਾਰਾਜ ਦਾ ਪਾਠ ਹੀ ਹੋਊਗਾ, ਕੀਰਤਨ ਹੋਊਗਾ, ਉਹਦਾ ਕੋਈ ਫਾਇਦਾ ਹੋਊਗਾ। ਮੈਂ ਇਹਦੇ ਅਗੇਂਸਟ ਨਹੀਂਗਾ। ਜਿੰਨੇ ਵੀ ਬੰਦੇ ਜੇ ਇਹਦੀ ਕਾਨਫਰੰਸ ਵੱਧ ਤੋਂ ਵੱਧ ਕਰਾ ਸਕਦੇ ਹੈਗੇ ਆ, ਉਹ ਕਰਾਉਣ। ਇਹਦਾ ਕੋਈ ਉੱਥੇ ਗਾਲਾਂ ਕੱਢਣ ਨੂੰ ਤਾਂ ਕਿਸੇ ਨੇ ਆਉਣਾ ਨਹੀਂ ਹੁੰਦਾ। ਕਿਸੇ ਨੇ ਪੰਜਾਬੀ ਦੀ ਭਾਸ਼ਾ ਦੇ ਲਈ ਆਪਣੇ ਸੁਝਾਅ ਦੇਣੇ ਹੁੰਦੇ ਹੈਗੇ ਆ। ਜੇ ਵੱਖ-ਵੱਖ ਤੌਰ 'ਤੇ ਵੀ ਲੋਕ ਕਰਾਉਂਦੇ ਹੈਗੇ ਆ, ਤੇ ਮੇਰੇ ਆਪਣੇ ਖਿਆਲ ਦੇ ਵਿੱਚ ਉਹ ਚੰਗੀ ਗੱਲ ਆ। ਸਾਰੇ ਇਕੱਠੇ ਹੋ ਕੇ ਤੁਸੀਂ ਇੱਕ ਥਾਂ ਇਕੱਠੇ ਕਰ ਨਹੀਂ ਸਕਦੇ ਸਾਰਿਆਂ ਨੂੰ। ਵੱਖ-ਵੱਖ ਬੁੱਧੀਜੀਵੀ ਇਹਨਾਂ ਕਾਨਫਰੰਸਿਸ ਵਿੱਚ ਆਉਂਦੇ ਨੇ, ਵੱਖ-ਵੱਖ ਸਾਡੇ ਸਾਹਿਤ ਨਾਲ ਲੋਕ ਜੁੜੇ ਇੱਥੇ ਆਉਂਦੇ ਨੇ ਇਹਨਾਂ ਕਾਨਫਰੰਸਿਸ ਦੇ ਵਿੱਚ।
ਪਰ ਸਭ ਦਾ ਟੀਚਾ ਇਹੀ ਹੁੰਦਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਭਾਸ਼ਾ ਦੇ ਨਾਲ ਕਿਵੇਂ ਜੋੜ ਕੇ ਰੱਖਿਆ ਜਾ ਸਕੇ। ਸੋ ਨੌਜਵਾਨ ਪੀੜ੍ਹੀ ਨੂੰ ਇਹਨਾਂ ਕਾਨਫਰੰਸਿਸ ਨਾਲ ਜੋੜਨ ਲਈ ਤੁਸੀਂ ਕੀ ਹੰਭਲਾ ਮਾਰ ਰਹੇ ਹੋ? ਕਿਉਂਕਿ ਜਿੰਨੀ ਵਾਰੀ ਅਸੀਂ ਵੀ ਕਾਨਫਰੰਸਿਸ ਕਵਰ ਕਰਨ ਗਏ ਹਾਂ, ਅਸੀਂ ਦੇਖਦੇ ਹਾਂ ਕਿ ਸਾਹਿਤਕਾਰ ਜੁੜੇ ਹੁੰਦੇ ਆ, ਲੇਖਕ ਜੁੜੇ ਹੁੰਦੇ ਆ, ਪਰ ਆਮ ਪਬਲਿਕ ਜਿਹੜੀ ਆ ਉਹ ਬਹੁਤ ਘੱਟ ਹੁੰਦੀ ਆ। ਕਾਸ਼ ਜੇ ਤੁਸੀਂ ਸਾਡੇ ਵਾਲੀ ਵੀ ਕਿਤੇ ਕਾਨਫਰੰਸ 'ਚ ਆਏ ਹੁੰਦੇ। ਮੈਂ ਕੁਝ ਕਾਨਫਰੰਸਾਂ ਦੇਖਦਾ ਵੀ ਉੱਥੇ ਇਕੱਲੇ ਉਨੇ ਹੀ ਸਾਹਿਤਕਾਰ ਹੁੰਦੇ ਹੈਗੇ ਆ, ਤੇ ਉਹ ਇੱਕ ਬੰਦਾ ਬੋਲਦਾ ਤੇ ਆਪਣਾ ਬੋਲ ਕੇ ਵੀ ਉੱਠ ਕੇ ਤੁਰ ਜਾਂਦਾ। ਪਰ ਜੇ ਤੁਹਾਨੂੰ ਕਦੀ ਮੌਕਾ ਮਿਲੇ ਤਾਂ ਐਤਕੀ ਆ ਕੇ ਦੇਖਿਓ, ਜੇ ਸਵੇਰੇ 400 ਬੰਦਾ ਹੈ ਤੇ ਸ਼ਾਮੀ 450 ਬੰਦਾ ਹੁੰਦਾ, ਇੱਕ ਵੀ ਬੰਦਾ ਉੱਠ ਕੇ ਨਹੀਂ ਜਾਂਦਾ। ਤੇ ਇਕੱਲੇ ਸਾਹਿਤਕਾਰ ਨਹੀਂ ਹੁੰਦੇ, ਉੱਥੇ ਨੌਜਵਾਨ ਵੀ ਹੁੰਦੇ ਹੈਗੇ ਆ। ਸਾਡੀ ਤਾਂ ਕਾਨਫਰੰਸ ਜਿਹੜੀ 2015 ਵਾਲੀ ਸੀਗੀ, ਉਹਦੇ ਵਿੱਚ ਰੱਖਿਆ ਇਹ ਸੀਗਾ ਵੀ ਨੈਤਿਕਤਾ, ਮੋਰਲ ਵੈਲਿਊਜ਼ ਕੀ ਹੈਗਾ, ਉਹ ਹੈ ਹੀ ਬੱਚਿਆਂ ਦੇ ਲਈ ਹੈਗਾ। ਇਹ ਸਾਡੀ ਕਾਨਫਰੰਸ ਦਾ ਇੱਕ ਸਿੱਟਾ ਹੀ ਨਿਕਲਿਆ। ਅਸੀਂ ਮੋਰਲ ਵੈਲਿਊ, ਨੈਤਿਕਤਾ ਦੀ ਕਿਤਾਬ ਛਪਵਾਈ। ਉਹ ਕਿਤਾਬ ਦੇ ਉੱਪਰ ਘੱਟੋ ਘੱਟ ਵੀ 40,000 ਬੱਚਿਆਂ ਨੇ ਪੜ੍ਹੀ ਹੋਣੀ ਆ। ਉਹ ਪੰਜਾਬੀ 'ਚ ਵੀ ਆ, ਉਹ ਇੰਗਲਿਸ਼ 'ਚ ਵੀ ਆ, ਉਹ ਸ਼ਾਹਮੁਖੀ 'ਚ ਵੀ ਆ, ਉਹ ਪਾਕਿਸਤਾਨ ਦੇ ਵਿੱਚ ਵੀ ਉਹ ਜਿਹੜਾ ਉਹਦਾ ਪ੍ਰਚਾਰ ਹੋ ਰਿਹਾ ਹੈਗਾ ਵਾ। ਤੇ ਹਿੰਦੁਸਤਾਨ ਦੇ ਵਿੱਚ 40,000 ਬੱਚਿਆਂ ਨੇ ਉਹ ਕਿਤਾਬ ਪੜ੍ਹਨੀ, ਉਹਨਾਂ ਨੇ ਟੈਸਟ ਦੇਣੇ, ਹਾਈ ਕੋਰਟ ਦੇ ਜੱਜ ਸਾਹਿਬਾਨ ਨੇ ਉਹਨਾਂ ਨੂੰ ਆ ਕੇ ਅਵਾਰਡ ਦੇਣੇ। ਈਵਨ ਕਿ ਤੁਸੀਂ ਕੈਨੇਡਾ ਦੀ ਵੀ ਗੱਲ ਦੇਖੋ, ਸੈਂਟਰਲ ਜਿਹੜਾ ਸਕੂਲ ਹੈਗਾ ਕੁਈਨ ਤੇ ਕੈਨੇਡੀ ਦੇ ਰੋਡ ਤੇ ਹੈਗਾ ਵਾ, 2018 ਦੇ ਵਿੱਚ ਅਸੀਂ ਪਬਲਿਕ ਸਪੀਚ ਕੰਪੀਟੀਸ਼ਨ ਕਰਵਾਏ। ਉਹ 'ਚ 42 ਬੱਚਿਆਂ ਨੇ, ਲੋਕਲ ਇੱਥੋਂ ਦੇ ਬੱਚਿਆਂ ਨੇ ਪਾਰਟੀਸਪੇਟ ਕੀਤਾ। 400 ਟੋਟਲ ਬੰਦੇ ਉੱਥੇ ਹਾਲ ਦੇ ਵਿੱਚ ਸੀ, ਜਿਹੜੇ ਬੱਚੇ ਉਹਨਾਂ ਦੇ ਪੇਰੈਂਟਸ ਵੀ ਆਏ ਸੀਗੇ। ਇਹਦਾ ਬਹੁਤ ਅੱਛਾ ਰਿਜ਼ਲਟ ਹੁੰਦਾ। ਜੇ ਮਤਲਬ ਕਿ ਕਿਸੇ ਨੇ ਨਹੀਂ ਦੇਖਿਆ, ਇਹ ਨਹੀਂ ਕਹਿਦਾ ਵੀ ਨਹੀਂ ਹੋਇਆ, ਉਹ ਵਾਕਿਆ ਹੀ ਰਿਕਾਰਡ ਦੱਸਦਾ ਹੈਗਾ, ਸਭ ਕੁਝ ਹੋਇਆ ਹੁੰਦਾ ਜੀ। ਤੁਸੀਂ ਰਿਕਾਰਡ ਦੀ ਗੱਲ ਕੀਤੀ, ਤੁਸੀਂ ਕਿਹਾ ਕਿ ਲੋਕੀ ਪਾਰਟੀਸਪੇਟ ਵੀ ਕਰਦੇ ਨੇ, ਇੱਥੇ ਪਹੁੰਚਦੇ ਨੇ, 400 ਦੇ ਕਰੀਬ ਉੱਥੇ ਇਕੱਠ ਵੀ ਹੁੰਦਾ। ਉਸ ਤੋਂ ਬਾਅਦ ਜੋ ਵੀ ਉਹਦਾ ਨਤੀਜਾ ਨਿਕਲਦਾ, ਜੋ ਵੀ ਸਾਰਥਕ ਤੁਸੀਂ ਨਤੀਜੇ ਤੇ ਨਿਕਲਦੇ ਹੋ, ਨਿਚੋੜ ਤੇ ਨਿਕਲਦੇ ਹੋ, ਉਹਨੂੰ ਯੂਥ ਤੱਕ ਲੈ ਕੇ ਜਾਣ ਵਿੱਚ, ਉਹਨੂੰ ਲਾਗੂ ਕਰਨ ਵਿੱਚ ਕਿਵੇਂ ਤੁਸੀਂ ਭੂਮਿਕਾ ਨਿਭਾਉਂਦੇ ਹੋ? ਫਿਰ ਮੈਂ ਇੱਕ ਦੱਸਿਆ ਜੀ, ਇੱਕ ਜਿਹੜਾ ਅਸੀਂ ਰਿਟਰਨ ਬੱਚਿਆਂ ਦਾ ਇੱਕ ਪੰਜਾਬੀ ਭਾਸ਼ਾ ਦੇ ਵਿੱਚ ਉਹਨਾਂ ਦਾ ਇੱਕ ਮੁਕਾਬਲੇ ਕਰਾਤੇ, ਲਿਖਤੀ ਮੁਕਾਬਲੇ ਕਰਾਏ ਵੀ ਨੈਤਿਕਤਾ ਦੇ ਉੱਪਰ। ਤੁਸੀਂ ਪੰਜਾਬੀ ਭਾਸ਼ਾ ਵਿੱਚ ਆ, ਪੰਜਾਬੀ ਭਾਸ਼ਾ ਵੀ ਸਿੱਖਣਗੇ। ਇੱਕ ਭਾਸ਼ਣ ਮੁਕਾਬਲੇ ਤੁਸੀਂ ਇੱਥੇ ਓਰਲੀ ਬੱਚਿਆਂ ਦੇ ਕਰਾਉਣੇ ਹੈਗੇ ਆ। ਉਹ ਬੱਚੇ ਪੰਜਾਬੀ ਦੇ ਨਾਲ ਜੁੜਦੇ ਹੈਗੇ ਆ। ਆਪਣੇ ਸਾਡੇ ਗੁਰਦੁਆਰਾ ਸਾਹਿਬਾਨ ਬਹੁਤ ਪੰਜਾਬੀ ਕਲਾਸਾਂ ਵੀ ਲਾ ਰਹੇ ਹੋ, ਯੂਥ ਉਹਨਾਂ ਨੂੰ ਜੋੜ ਰਹੇ ਹੈਗੇ ਆ। ਹਰੇਕ ਮਾਂ-ਬਾਪ ਚਾਹੁੰਦਾ ਹੈਗਾ ਵਾ ਵੀ ਉਹਨਾਂ ਦਾ ਬੱਚਾ ਪੰਜਾਬੀ ਕਲਚਰ ਸਿੱਖੇ। ਇਕੱਲੀ ਪੰਜਾਬੀ ਭਾਸ਼ਾ ਦੀ ਗੱਲ ਨਹੀਂ ਹੋ ਰਹੀ, ਪੰਜਾਬੀ ਸਾਡਾ ਸੱਭਿਆਚਾਰ ਜਿਹੜਾ ਹੈਗਾ ਵਾ, ਇੱਕ ਮਾਂ-ਬਾਪ ਦੀ ਇੱਜ਼ਤ ਕਰਨੀ ਹੈਗੀ ਆ। ਉਹਦੇ ਵਿੱਚੋਂ ਹੀ ਇਹ ਨੈਤਿਕਤਾ ਵਾਲੀ ਗੱਲ ਨਿਕਲੀ ਹੈਗੀ ਆ। ਨੈਤਿਕਤਾ ਦੀ ਇਹ ਮੈਡਮ ਪਹਿਲੀ ਵਾਰੀ ਹੋਇਆ ਵੀ ਜਦੋਂ ਕੋਈ ਨੈਤਿਕਤਾ ਦੀ ਕਿਤਾਬ ਲਿਖੀ ਹੋਈ ਹੋਵੇ, ਜਿਹੜੀ ਕਿ ਪੜ੍ਹਾਈ ਜਾ ਸਕਦੀ ਹੋਵੇ। ਉਹਦਾ ਸਿੱਟਾ ਸੀਗਾ ਵੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਅੱਜ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਨੈਤਿਕਤਾ ਦਾ ਸਬਜੈਕਟ ਲਾ ਦਿੱਤਾ ਹੈਗਾ। ਇਹ ਵਰਲਡ ਪੰਜਾਬੀ ਕਾਨਫਰੰਸ ਦੀ ਮੇਰਾ ਸਮਝ ਵੀ ਬਹੁਤ ਵੱਡਾ ਕ੍ਰੈਡਿਟ ਜਾਂਦਾ ਹੈਗਾ, ਤੇ ਇਹਨਾਂ ਦਾ ਵਿੱਚ ਹਿੱਸਾ ਹੈਗਾ। ਇੱਕ ਹੁੰਦਾ ਜ਼ਬਾਨੀ ਕਹਿਣ ਨੂੰ, ਇੱਕ ਤੁਸੀਂ ਰੈਕਟ ਦੇਖੋ, ਚੀਫ ਮਿਨਿਸਟਰ ਸਾਹਿਬ ਤੋਂ ਮੈਨੂੰ ਲੈਟਰ ਆਉਂਦੀ ਹੈਗੀ ਆ, ਅਸੀਂ ਨੈਤਿਕਤਾ ਦਾ ਸਬਜੈਕਟ ਬੱਚਿਆਂ ਨੂੰ ਲਾਉਣਾ ਚਾਹੁੰਦੇ ਹੈਗੇ ਆ, ਅਸੀਂ ਚੇਅਰਮੈਨ ਸਾਹਿਬ ਨੂੰ ਚਿੱਠੀ ਲਿਖ ਦਿੱਤੀ ਹੈਗੀ ਆ। ਉਹ ਚਿੱਠੀ ਦੇ ਬੇਸ ਤੇ ਹੀ ਮੁੜ ਕੇ ਉਹਨਾਂ ਨੇ ਇੱਕ ਨੈਤਿਕਤਾ ਦਾ ਸਬਜੈਕਟ ਲਾਇਆ। ਜੇ ਅੱਜ ਤੱਕ ਕਿਤਾਬ ਨਹੀਂ ਛਪੀ ਸੀ ਤਾਂ ਉਹਦੀ ਲੋੜ ਨਹੀਂ ਸੀ, ਕਿਉਂਕਿ ਪਹਿਲਾਂ ਇਹ ਨੈਤਿਕਤਾ ਦੇ ਗੁਣ ਸਾਰੇ ਹੀ ਬੰਦਾ ਸਾਂਝੇ ਪਰਿਵਾਰ ਚੋਂ ਸਿੱਖ ਲੈਂਦਾ ਸੀਗਾ। ਅੱਗੇ ਅਧਿਆਪਕਾਂ ਕੋਲ ਟਾਈਮ ਹੁੰਦਾ ਸੀਗਾ ਵੀ ਸਿਲੇਬਸ ਤੋਂ ਬਿਨਾਂ ਵੀ ਉਹ ਉਹਨਾਂ ਕੋਲ ਟਾਈਮ ਹੁੰਦਾ ਸੀ, ਉਹ ਬੱਚਿਆਂ ਨੂੰ ਦੱਸ ਦਿੰਦੇ ਸੀਗੇ। ਇੱਕ ਸਮਾਜ ਦਾ ਸਿਆਣਾ ਬੰਦਾ ਦੂਜੇ ਨੂੰ ਝਿੜਕ ਸਕਦਾ ਸੀ, ਕੁੜੀ ਨੂੰ ਮੁੰਡੇ ਨੂੰ ਝਿੜਕ ਸਕਦਾ ਸੀਗਾ। ਅੱਜ ਕੱਲ੍ਹ ਸਿੰਗਲ ਫੈਮਿਲੀ ਰਹਿ ਗਈਆਂ, ਪਰਿਵਾਰ ਇਕੱਲੇ ਰਹਿ ਗਏ। ਦੂਸਰਾ ਹੈਗਾ ਵਾ ਵੀ ਸਿੰਗਲ ਪੈਰੈਂਟ ਦੁਆਰਾ ਜੁਆਇੰਟ ਫੈਮਿਲੀ ਹੁਣ ਨਹੀਂ ਕਰ ਸਕਦੇ। ਅਧਿਆਪਕਾਂ ਕੋਲ ਇੰਨਾ ਜ਼ਿਆਦਾ ਸਿਲੇਬਸ ਹੋ ਗਿਆ, ਉਹਨਾਂ ਕੋਲ ਟਾਈਮ ਹੀ ਨਹੀਂ ਸੀਗਾ। ਤੇ ਸਿਆਣੇ ਬੰਦੇ ਨੇ, ਸਮਾਜ ਨੇ ਤੇ ਕੀ ਕਹਿਣਾ, ਅੱਜ ਕੱਲ੍ਹ ਬਾਪ ਵੀ ਆਪਣੇ ਬੱਚੇ ਨੂੰ ਕੁਝ ਨਹੀਂ ਕਹਿਦਾ, ਕਿਉਂਕਿ ਬੱਚਾ ਉਹਨਾਂ ਦਾ ਇਕੱਲਾ ਹੁੰਦਾ। ਇਸ ਕਰਕੇ ਇਹਦੀ ਲੋੜ ਹੈਗੀ ਆ ਵੀ ਇਹ ਸਕੂਲਾਂ 'ਚ ਪੜ੍ਹਾਇਆ ਜਾਵੇ। ਇਸ ਵੇਲੇ ਕਿਤਾਬਾਂ ਇਹਦੀਆਂ ਛਪ ਚੁੱਕੀਆਂ ਹੈਗੀਆਂ, ਇਹਦੇ ਰਿਜ਼ਲਟ ਹੁਣ ਆਉਣਗੇ। ਆਲਰੇਡੀ ਇਸ ਵੇਲੇ 8 ਕਿਤਾਬਾਂ ਤਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਨੈਤਿਕਤਾ ਦੇ ਉੱਪਰ ਛਾਪ ਲਈਆਂ ਹੈਗੀਆਂ, ਪੰਜਾਬੀ ਦੇ ਵਿੱਚ ਛਾਪੀਆਂ ਹੈਗੀਆਂ। ਕੀ ਬਾਤ ਹੈ। ਤੇ ਹੁਣ ਜਿਹੜੀ ਤੁਸੀਂ ਕਾਨਫਰੰਸ ਕਰਵਾਉਣ ਜਾ ਰਹੇ ਹੋ, ਵਿਸ਼ਵ ਪੰਜਾਬੀ ਕਾਨਫਰੰਸ, ਇਹਦੇ ਬਾਰੇ ਵਿੱਚ ਵੀ ਚਾਨਣਾ ਪਾਓ, ਕਦੋਂ ਕਰਵਾਉਣ ਜਾ ਰਹੇ ਹੋ ਇਹ ਕਾਨਫਰੰਸ? ਇਹ 25, 26 ਤੇ 27 ਜੂਨ 2021 ਨੂੰ ਇਹ ਹੋਊਗੀ। ਅਸੀਂ ਹਰੇਕ ਵਾਰੀ ਹੀ ਵਿਸ਼ਾ ਇਹ ਰੱਖਦੇ ਹਾਂ ਕਿ ਪੰਜਾਬੀ ਭਾਸ਼ਾ ਦਾ ਭਵਿੱਖ, ਪੰਜਾਬੀ ਭਾਸ਼ਾ ਬਾਰੇ ਤਾਂ ਗੱਲ ਕਰਨੀ ਨਾਲ ਹੈਗੀ ਆ। ਨਾਲ ਅਸੀਂ ਸੈਕੰਡ ਵਿਸ਼ਾ ਜ਼ਰੂਰ ਰੱਖ ਲੈਂਦੇ ਹਾਂ ਵੀ ਜਿਹੜਾ ਲੋਕਾਂ ਨੂੰ ਲੋੜ ਦਾ ਹੋਵੇ। ਜਿਵੇਂ 2017 ਵਿੱਚ ਅਸੀਂ ਨੈਤਿਕਤਾ ਰੱਖਿਆ, 19 ਦੇ ਵਿੱਚ ਰੱਖਿਆ ਵੀ ਪੰਜਾਬੀਆਂ ਨੂੰ ਸੰਸਾਰ ਵਿੱਚ ਮੁਸ਼ਕਲਾਂ ਕੀ ਹੈ ਤੇ ਉਹਨਾਂ ਦਾ ਹੱਲ ਕੀ ਹੈਗਾ। 21 ਦੇ ਵਿੱਚ ਮੈਂ ਸਮਝਦਾ ਬਹੁਤ ਜ਼ਿਆਦਾ ਇੰਪੋਰਟੈਂਟ ਵਿਸ਼ਾ ਇਹ ਹੈਗਾ ਵਾ ਵਿਦਿਅਕ ਪ੍ਰਣਾਲੀ। ਉਹਦਾ ਹੈਡਿੰਗ ਰੱਖਿਆ ਵਿਦਿਅਕ ਪ੍ਰਣਾਲੀ। ਮੁੜ ਕੇ ਇਹਦੇ ਵਿੱਚ ਜਿਹੜੇ ਜਿੰਨੇ ਵੀ ਬੰਦੇ ਬੁੱਧੀਜੀਵੀ ਆਉਣਗੇ, ਵਿਦਵਾਨ ਆਉਣਗੇ, ਉਹ ਇਹਦੇ ਵਿੱਚ ਗੱਲ ਕਰਨਗੇ ਵੀ ਕੀ ਇਹ 'ਚ ਬਦਲਾਅ ਦੀ ਲੋੜ ਹੈਗੀ ਆ ਕਿ ਨਹੀਂ ਲੋੜ ਹੈਗੀ। ਇਹ ਅੱਜ ਤੱਕ ਇਹ ਹਿੰਦੁਸਤਾਨ ਦੇ ਵਿੱਚ ਇਹ ਰੌਲਾ ਪਾ ਰਹੇ ਹੈਗੇ ਆ ਵੀ ਸਾਡੇ ਕੋਲ ਸਕੂਲਾਂ ਵਿੱਚ ਅਸੀਂ ਉਹ ਪੜ੍ਹਾਈ ਕਰਾ ਰਹੇ ਹੈਗੇ ਜਿਹੜੀ ਜ਼ਿੰਦਗੀ 'ਚ ਬੰਦੇ ਦੇ ਕੰਮ ਨਹੀਂ ਆਉਂਦੀ।
ਇੱਕ ਬੰਦਾ ਪਿੱਛੇ ਕੋਟੇਸ਼ਨ ਵੀ ਮੈਂ ਕੱਲ ਪਰਸੋਂ ਹੀ ਪੜ੍ਹ ਰਿਹਾ ਸੀਗਾ, ਉਹ ਕਹਿੰਦਾ ਵੀ ਜਿਹੜੇ ਅਲਜਬਰੇ ਦੇ ਫਾਰਮੂਲੇ ਸੁਣਾਏ ਸੀਗੇ ਮੈਂ ਬੁੱਢਾ ਹੋ ਚੱਲਿਆ ਹੈਗਾ, ਮੈਂ ਕਦੋਂ ਵਰਤਣੇ ਹੈਗੇ ਆ। ਇਸ ਕਰਕੇ ਇਸ ਕਾਨਫਰੰਸ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੋਊਗੀ ਵਿਦਿਅਕ ਪ੍ਰਣਾਲੀ ਦੀ ਸਾਡੀ ਸਥਿਤੀ ਕੀ ਆ ਤੇ ਅਸੀਂ ਇਹਦਾ ਸੁਧਾਰ ਚਾਹੁੰਦੇ ਕੀ ਆ। ਉਹਦੇ ਲਈ ਸਾਡੇ ਨਾਲ SGPC ਇਹ ਇੰਡੀਆ ਵਾਲੇ ਚੀਫ ਖਾਲਸਾ ਦੀਵਾਨ ਸਾਧ ਦਲਜੀਤ ਸਿੰਘ ਜੀ ਵਾਈਸ ਚਾਂਸਲਰ, ਉਹ ਸਾਡੇ ਇਸ ਕਾਨਫਰੰਸ ਦੇ ਪੈਟਰਨ ਹੈਗੇ ਆ। ਇਸ ਕਰਕੇ ਮੈਂ ਸਮਝਦਾ ਵੀ ਇਹ ਬਹੁਤ ਵੱਡਾ ਅਸਲੀਅਤ ਦੇ ਵਿੱਚ ਜਿਹੜਾ ਦੇਖਣ ਵਾਲਾ ਪ੍ਰੈਕਟੀਕਲ ਹੋਊਗਾ। ਸਾਡੀ ਕਾਨਫਰੰਸ ਹੁੰਦੇ ਆ, ਅਸੀਂ ਇਕੱਲੀ ਥਿਊਰੀ ਦੀਆਂ ਗੱਲਾਂ ਨਹੀਂ ਕਰਦੇ ਵੀ ਭਾਰੇ ਲਫ਼ਜ਼ ਔਖੇ ਬੋਲ ਕੇ ਤੇ ਛੱਡਤਾ। ਉਹ ਜਿਵੇਂ ਇੱਕ ਪਾਕਿਸਤਾਨ ਦਾ ਬੰਦਾ ਕਹਿੰਦਾ ਹੁੰਦਾ ਸੀਗਾ ਵੀ ਦਿੱਲੀ ਕਾਨਫਰੰਸ ਹੋਈ ਤੇ ਉਹ ਇੱਕ ਬੰਦਾ ਪੰਜਾਬੀ 'ਚ ਬੋਲ ਕੇ ਤੇ ਉਤਰਿਆ, ਉਹਦੇ ਨਾਲ ਦੇ ਬੰਦਿਆਂ ਚੇਲਿਆਂ ਨੇ ਤਾੜੀਆਂ ਬਹੁਤ ਮਾਰੀਆਂ, ਉਹ ਆ ਗਿਆ ਕਹਿੰਦਾ ਜੀ ਇਹ ਬਹੁਤ ਵਧੀਆ ਬੋਲਿਆ ਹੋਣਾ ਜਿੰਨੀਆਂ ਤਾੜੀਆਂ ਪਈਆਂ, ਕਹਿੰਦਾ ਕੋਈ ਮੈਨੂੰ ਟਰਾਂਸਲੇਟ ਕਰਕੇ ਦੱਸੂਗਾ ਪੰਜਾਬੀ 'ਚ ਕੀ ਬੋਲ ਕੇ ਗਿਆ। ਆਮ ਬੰਦੇ ਦੇ ਨਾ ਸਮਝਣ ਵਾਲ ਦੀ ਬਜਾਏ ਇਹ ਸਾਡੇ ਕਾਨਫਰੰਸ ਵਿੱਚ ਪ੍ਰੈਕਟੀਕਲ ਹੈਗਾ, ਜਿਹੜਾ ਕਿ ਰਿਜ਼ਲਟ ਜੇ ਨੈਤਿਕਤਾ ਸ਼ੁਰੂ ਕੀਤਾ ਸੀ ਉਹ ਕੱਢ ਕੇ ਦਿਖਾ ਲਿਆ। ਐਤਕੀ ਜਿਹੜਾ ਐਜੂਕੇਸ਼ਨ ਦਾ ਸਿਸਟਮ ਦੇ ਬਾਰੇ ਵੀ ਇਹ ਬਦਲਣਾ ਕਿ ਨਹੀਂ ਬਦਲਣਾ, ਅਸੀਂ ਇਹ ਤਾਂ ਕਹਿੰਦੇ ਹਾਂ ਵੀ ਪਿਛਲੇ 73 ਸਾਲ ਤੋਂ ਵੀ ਅੰਗਰੇਜ਼ ਸਾਡੇ ਕੋਲ ਐਜੂਕੇਸ਼ਨ ਸਿਸਟਮ ਆ ਬਣਾ ਕੇ ਉਹ ਕਲਰਕ ਪੈਦਾ ਕਰਦੇ ਆ। ਅੱਜ ਕੱਲ੍ਹ MA ਕਰਕੇ MPhil ਕਰਕੇ PhD ਕਰਕੇ ਕਿ ਬਠਿੰਡੇ ਨੌਕਰੀਆਂ ਨਿਕਲੀਆਂ 8 PN ਦੀਆਂ ਤੇ 800 ਬੰਦਿਆਂ ਨੇ ਪੋਸਟ ਗ੍ਰੈਜੂਏਟ ਨੇ ਅਪਲਾਈ ਕੀਤਾ, ਜਿਹਦੀ 8ਵੀਂ ਕਲਾਸ ਦੀ ਗ੍ਰੈਜੂਏਸ਼ਨ ਦੀ ਲੋੜ ਸੀਗੀ। ਇਸ ਕਰਕੇ ਐਜੂਕੇਸ਼ਨ ਸਿਸਟਮ 'ਚ ਕੀ ਲੋੜ ਹੈਗੀ ਤਬਦੀਲੀ ਦੇ ਕਿ ਨਹੀਂ, ਤੇ ਮੈਨੂੰ ਇਹ ਬਹੁਤ ਉਮੀਦ ਆ ਵੀ ਜਦੋਂ 1 ਸਾਲ ਲੱਗਾ ਹੋਇਆ ਇਹਦੇ ਬਾਰੇ ਪੇਪਰ ਲਿਖਣਗੇ ਇਹਦਾ ਰਿਜ਼ਲਟ ਬਹੁਤ ਅੱਛਾ ਆਊਗਾ। ਸਾਡੇ ਵਿੱਚ ਉੱਥੇ ਕਵਿਤਾ ਦੀਆਂ ਗੱਲਾਂ ਨਹੀਂ, ਵਿਦਵਾਨ ਤੁਸੀਂ ਕਹਿ ਲਓ ਵੀ ਉਹ ਕਵਿਤਾ ਸੋਹਣੀ ਪੜ੍ਹਦਾ ਹੈਗਾ, ਪਰ ਸਾਡੀ ਕਾਨਫਰੰਸ ਦੇ ਵਿੱਚ ਕਵੀ ਦਰਬਾਰ ਨਹੀਂ। ਅਸੀਂ ਕਵੀ ਦਰਬਾਰ ਉਹ ਬੱਚਾ ਹੋਣਾ ਵੱਖਰੀ ਗੱਲ ਹੈਗੀ ਆ, ਪਰ ਉਹ ਸਾਡੇ ਵਿੱਚ ਜਿਹੜੇ ਬੰਦੇ ਉਹ ਆਉਂਦੇ ਆ ਜਿਹੜੇ ਰਿਸਰਚ ਪੇਪਰ ਲਿਖ ਸਕਦੇ ਹੋਣ, ਉਹ ਆ ਕੇ ਆਪਣੀ ਇਨਪੁਟ ਦਿੰਦੇ ਆ ਤੇ ਉਸ ਤੋਂ ਬਾਅਦ ਇਹਦਾ ਰਿਜ਼ਲਟ ਨਿਕਲਦਾ। ਕਿੰਨੇ ਇਸ ਵਾਰੀ ਬੁੱਧੀਜੀਵੀ ਜਿਹੜੇ ਸ਼ਿਰਕਤ ਕਰ ਰਹੇ ਨੇ ਵਰਲਡ ਕਾਨਫਰੰਸ 'ਚ? ਇਹਦਾ ਨਾ ਆਨਸਰ ਇਸ ਕਰਕੇ ਦੇਣਾ ਔਖਾ ਹੁੰਦਾ ਵੀ ਇਹ ਨਹੀਂ ਪਤਾ ਹੁੰਦਾ ਵੀ ਕਿਹਨੂੰ ਵੀਜ਼ਾ ਮਿਲਣਾ ਤੇ ਕਿਹਨੂੰ ਨਹੀਂ ਮਿਲਣਾ। ਐਕਸਪੈਕਟਡ ਹਰ ਵਾਰੀ ਵੱਧ ਰਹੀ ਹੈ, ਉਮੀਦ ਕਰ ਰਹੇ ਹਾਂ ਇਸ ਵਾਰ ਵੀ ਵਧੂ। ਇਹ ਅਸੀਂ ਸਾਡੇ ਦਿਮਾਗ 'ਚ ਹੁੰਦਾ ਵੀ 100 ਕੁ ਬੰਦਾ ਸਾਨੂੰ ਬਾਹਰਲੇ ਦੇਸ਼ਾਂ ਤੋਂ ਆ ਜਾਵੇ, ਇੰਨਾ ਬਹੁਤ ਹੁੰਦਾ। ਪਰ ਸਾਡੇ ਅਸੀਂ ਜੋ ਬੰਦਿਆਂ ਨੂੰ ਸਾਦੇ ਆ ਨਾ ਜੀ, ਸਾਡੇ 'ਚ ਬਾਹਲੇ ਬੰਦੇ ਉਹ ਸਕੂਲਾਂ ਦੇ ਮਾਲਕ ਹੁੰਦੇ ਆ, ਸਕੂਲਾਂ ਦੇ ਪ੍ਰਿੰਸੀਪਲ ਹੁੰਦੇ ਆ, ਕਾਲਜਾਂ ਦੇ ਪ੍ਰਿੰਸੀਪਲ ਹੁੰਦੇ, ਕਾਲਜਾਂ ਦੇ ਮਾਲਕ ਹੁੰਦੇ ਹੈਗੇ ਆ, ਜਾਂ ਯੂਨੀਵਰਸਿਟੀਆਂ ਦੇ ਲੈਵਲ ਦੇ ਬੰਦੇ ਹੁੰਦੇ ਹੈਗੇ ਆ। ਵਾਈਸ ਚਾਂਸਲਰ ਪਿਛਲੇ ਵਾਰ ਵੀ ਡਾਕਟਰ ਜਤਿੰਦਰ ਸਿੰਘ ਬਲ ਸਾਹਿਬ ਉਹ ਵਾਈਸ ਚਾਂਸਲਰ ਆਏ ਸੀਗੇ। ਡਾਕਟਰ SS ਗਿੱਲ ਜਿਹੜੇ ਕਿ ਫਰੀਦਕੋਟ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸੀ, ਉਹ ਆਏ ਸੀਗੇ। ਉਹ ਹੈ ਕਿ ਸਾਡੇ ਜਗਤ ਪੰਜਾਬੀ ਸਭਾ ਦੇ ਪੈਟਰਨ ਵੀ ਆ। ਅੱਜ ਹੀ ਸਵੇਰੇ ਉਹ ਪ੍ਰਿਤਪਾਲ ਸਿੰਘ ਬਾਜਵਾ ਜਿਹੜੇ ਐਜੂਕੇਸ਼ਨ ਦੇ ਮਿਨਿਸਟਰ ਹੈਗੇ ਆ, ਉਹਨਾਂ ਨੂੰ ਅੱਜ ਮੁਲਾਕਾਤ ਕਰਕੇ ਆਏ ਆ। ਇੱਕ ਅਸੀਂ ਅਧਿਆਪਕ ਨਾਂ ਦੀ ਕਿਤਾਬ ਛਾਪੀ ਸੀ, ਉਹਨਾਂ ਨੂੰ ਦੇ ਕੇ ਆਏ ਹੈਗੇ ਆ ਤਾਂ ਕਿ ਇਹ B.Ed ਦੇ ਕੋਰਸ ਵਿੱਚ ਤੁਸੀਂ ਇਹ ਕਿਤਾਬ ਲਵਾ ਦਿਓ। ਇਹ ਉਹ ਕਿਤਾਬ ਬਾਰੇ ਮੈਂ ਤੁਹਾਨੂੰ ਇਹ ਕਹਿ ਸਕਦਾ ਹੈਗਾ, ਇਹ ਪਹਿਲੀ ਕਿਤਾਬ ਹੈਗੀ ਨਹੀਂ ਅਧਿਆਪਕ ਦੇ ਹੱਕ ਵਿੱਚ ਕਿਸੇ ਨੇ 1 ਲਾਈਨ ਲਿਖੀ ਹੁੰਦੀ ਹੈਗੀ, 1 ਪੇਜ ਲਿਖਿਆ ਹੁੰਦਾ, 2 ਪੇਜ ਦਾ ਆਰਟੀਕਲ ਲਿਖਿਆ ਹੁੰਦਾ, ਇਦੋਂ ਵੱਧ ਨਹੀਂ ਕਦੀ ਮਿਲਿਆ ਸੀਗਾ। ਇਹ ਸਾਰੇ ਦੁਨੀਆ ਦੇ ਵਿਦਵਾਨਾਂ ਦੇ ਵਿਚਾਰ ਇਕੱਠੇ ਕਰਕੇ ਅਸੀਂ 92 ਪੇਜਸ ਦੀ ਕਿਤਾਬ ਜਿਹੜੀ ਆ ਅਧਿਆਪਕ ਤਿਆਰ ਕੀਤੀ ਆ, ਜਿਹੜੀ ਅੱਜ ਮਿਨਿਸਟਰ ਸਾਹਿਬ ਨੂੰ ਉੱਥੇ ਦੇ ਕੇ ਆਏ ਹੈਗੇ ਆ। ਉਸ ਤੋਂ ਪਹਿਲਾਂ ਗਵਰਨਰ ਸਾਹਿਬ ਨੂੰ ਵੀ ਦੇ ਕੇ ਆਏ ਸੀਗੇ। ਤੇ ਮੈਨੂੰ ਲੱਗਦਾ ਵੀ ਇਹਦਾ ਕਿਉਂਕਿ ਅਸੀਂ ਬੱਚਿਆਂ ਤੋਂ ਹਟ ਕੇ, ਜਾਂ ਤੁਸੀਂ ਕਹਿੰਦੇ ਨਾ ਬੱਚਿਆਂ ਨੂੰ ਤੁਸੀਂ ਇਨਵੋਲਵ ਕਿਉਂ ਕਰ ਰਹੇ, ਅਸੀਂ 40,000 ਬੱਚਿਆਂ ਨੂੰ ਟਰਾਈ ਕੀਤੇ, ਵੇਖਿਆ ਇੱਕ ਪੱਤੇ ਨੂੰ ਜੇ ਸਪਰੇਅ ਕਰੀ ਜਾਵਾਂਗੇ ਤਾਂ ਕਿੰਨਾ ਕੀ ਰੋਕ ਲਾਂਗੇ, ਕਿਉਂ ਨਾ ਅਸੀਂ ਜੜ੍ਹ ਨੂੰ ਮਜ਼ਬੂਤ ਕਰਕੇ ਦਰਖਤ ਹੀ ਕਾਇਮ ਕਰੀਏ। ਜੇ ਅਸੀਂ ਇਹ ਕੱਲ ਅਧਿਆਪਕਾਂ ਨੂੰ ਕਾਮਯਾਬ ਹੋ ਗਏ, ਅਸੀਂ ਅਧਿਆਪਕਾਂ ਜੇ ਸਾਨੂੰ ਉਮੀਦ ਆ ਬਹੁਤ ਜ਼ਿਆਦਾ ਹੀ ਕਾਮਯਾਬ ਹੋਵਾਂਗੇ। ਜਿੰਨਾ ਚਿਰ ਅਧਿਆਪਕ ਨੌਕਰੀ ਕਰੂਗਾ ਉਹ 25 ਸਾਲ ਨੌਕਰੀ ਕਰੇ, 30 ਸਾਲ ਨੌਕਰੀ ਕਰੇ, ਐਵਰੀ ਡੇ ਉਹ ਨੈਤਿਕਤਾ ਦੀਆਂ ਗੱਲਾਂ ਬੱਚਿਆਂ ਨੂੰ ਸਮਝਾਊਗਾ। ਇਸ ਕਰਕੇ ਅਸੀਂ ਇੱਕ ਵਰਕਸ਼ਾਪ ਐਕੀ ਜਿਹੜੀ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਲਾ ਕੇ ਆਏ ਸੀਗੇ, ਸਰ ਗੋਬਿੰਦ ਸਿੰਘ ਜੀ ਲੌਂਗੋਵਾਲ ਸਾਹਿਬ ਨੇ ਸਾਡੇ ਨਾਲ, ਉਹਨਾਂ ਨੇ ਆਪਣੇ 400 ਟੀਚਰ ਨੇ ਸਾਨੂੰ ਲਾਈ ਹੈਗੀ ਆ, ਤੇ ਉਹਦੇ ਨਾਲ ਬੜਾ ਅੱਛਾ ਅਸਰ ਪੈ ਰਿਹਾ ਹੈਗਾ ਉਹਨਾਂ ਟੀਚਰਸ ਦੇ ਉੱਪਰ। ਉਹ ਟੀਚਰ ਮੁੜ ਕੇ ਆਪਣੇ ਬੱਚਿਆਂ ਨੂੰ ਦੱਸਣਗੇ। ਬਿਲਕੁਲ। ਤੁਸੀਂ ਅਜੈਬ ਜੀ ਹੁਣ ਤੱਕ 5 ਕਾਨਫਰੰਸਿਸ ਦੇ ਚੇਅਰਮੈਨ ਰਹਿ ਚੁੱਕੇ ਹੋ, 6ਵੀਂ ਹੁਣ ਤੁਸੀਂ ਕਰਨ ਜਾ ਰਹੇ ਹੋ। ਆਪਾਂ ਪਹਿਲਾਂ ਵੀ ਡਿਸਕਸ ਕਰ ਰਹੇ ਸੀ, ਜਿੰਨੀਆਂ ਕਾਨਫਰੰਸਿਸ ਹੋਈਆਂ ਹਰ ਵਾਰੀ ਚੇਅਰਮੈਨ ਇੱਕ ਵਾਰ ਸਾਲ ਕਰਵਾ ਕੇ ਉਸ ਤੋਂ ਬਾਅਦ ਆਪਣੇ ਹੱਥ ਖੜੇ ਕਰ ਜਾਂਦੇ ਨੇ। ਵੱਡੇ ਨਾਮ ਜਿਨ੍ਹਾਂ ਵਿੱਚ ਸ਼ਾਮਿਲ ਨੇ, ਚਾਹੇ ਉਹ ਦਰਸ਼ਨ ਸਿੰਘ ਧਾਲੀਵਾਲ ਜੀ ਹੋਣ, ਚਾਹੇ ਉਹ ਚਰਨਜੀਤ ਸਿੰਘ ਜੀ ਹੋਣ। ਤੁਸੀਂ ਆ 6ਵੀਂ ਕਾਨਫਰੰਸ ਕਰਵਾ ਰਹੇ ਹੋ ਤੇ ਇਹ ਹੌਸਲਾ ਕਿੱਥੋਂ ਆਇਆ? ਦਰਸ਼ਨ ਸਿੰਘ ਜੀ ਬੈਸ, ਉਹਨਾਂ ਅੱਜ ਤੱਕ ਦੁਨੀਆ 'ਚ 2 ਕਾਨਫਰੰਸਾਂ ਹੋਈਆਂ। ਜਿਹੜੀ 1997 ਦੇ ਵਿੱਚ ਸਰ ਦਰਸ਼ਨ ਸਿੰਘ ਧਾਲੀਵਾਲ ਉਹਨਾਂ ਨੇ ਕਰਾਈ, ਉਦੋਂ ਅਮੀਰ ਬੰਦਾ ਕੋਈ ਨਹੀਂ, ਸਭ ਤੋਂ ਜ਼ਿਆਦਾ ਪੈਸਾ ਉਹਨਾਂ ਨੇ ਉਸ ਕਾਨਫਰੰਸ ਤੇ ਖਰਚਿਆ। ਮੁੜ ਕੇ ਦੁਬਾਰਾ ਉਹ ਕਰਾਉਣ ਦਾ ਹੌਸਲਾ ਨਹੀਂ ਕਰ ਸਕੇ। ਤੇ ਦੂਜੀ ਜਿਹੜੀ ਮੈਂ ਕਹਿੰਦਾ ਵੀ 2016 ਵਿੱਚ ਸਰ ਚਰਨਜੀਤ ਸਿੰਘ ਬਾਠ ਉਹਨਾਂ ਨੇ ਕਰਾਈ ਹੈਗੀ ਆ, ਮੈਂ ਉਹਨੂੰ ਇੰਡੀਆ ਮਿਲਿਆ ਵੀ ਹੈਗਾ ਵਾਂ, ਤੇ ਉਹਨਾਂ ਨੇ ਵੀ A to Z ਸਾਰਾ ਹੀ ਪੈਸਾ ਉਹਨਾਂ ਨੇ ਆਪਦੀ ਜੇਬ ਚੋਂ ਲਾਇਆ। ਮੈਂ 2 ਕਾਨਫਰੰਸਾਂ ਬਾਰੇ ਜੋ 40 ਸਾਲ ਦੇ ਇਤਿਹਾਸ 'ਚ ਮੈਂ ਕਾਨਫਰੰਸਾਂ ਦੇਖੀਆਂ ਹੈਗੀਆਂ ਵਾ, ਇਹ 2 ਉਹ ਕਾਨਫਰੰਸਾਂ ਜਿਹੜੀਆਂ ਇੱਕੋ ਬੰਦੇ ਨੇ ਸਾਰੇ ਪੈਸੇ ਲਾ ਕੇ ਕਰਾਈਆਂ। ਉਹਨਾਂ 'ਚ ਜਿਹੜਾ
ਨੁਕਸ ਮੈਂ ਨਾ ਵੀ ਕਵਾਂ, ਸਿਰਫ ਇੰਨੀ ਗੱਲ ਕਹਿ ਦੇਵਾਂ, ਉਹ ਪ੍ਰਬੰਧਕ ਨਹੀਂ ਸੀ। ਪ੍ਰਬੰਧਕ ਉਹਨਾਂ ਨੇ ਇਕੱਲੀ ਸਪਾਂਸਰ ਕੀਤਾ, ਪੈਸੇ ਲਾਏ ਹੈਗੇ ਆ, ਪ੍ਰਬੰਧਕ ਹੋਰ ਸੀਗੇ। ਇਸ ਕਰਕੇ ਉਹ ਦੂਜੀ ਕਾਨਫਰੰਸ ਕਰਵਾ ਨਹੀਂ ਸਕੇ। ਤੇ ਸਾਡਾ ਇਹਦੇ ਵਿੱਚ ਇਹ ਉਲਟ ਹੈਗਾ ਵੀ ਜਿਹੜੇ ਸਾਡੇ 25 ਬੰਦੇ ਆ, ਇਹਨਾਂ ਵਿੱਚ ਸਾਰੇ ਬਿਜ਼ਨਸਮੈਨ ਆ, ਕੋਈ ਬੰਦਾ ਕਿਸੇ ਕੋਲ ਪੈਸੇ ਲੈਣ ਨਹੀਂ ਜਾਂਦਾ। ਇਹ ਸਾਡੇ ਸਪਾਂਸਰ ਵੀ ਆਪ ਆ ਤੇ ਪ੍ਰਬੰਧਕ ਵੀ ਆਪ ਆ। ਅਸੀਂ ਆਪਣੇ ਏਜੰਡੇ ਦੇ ਵਿੱਚ, ਪ੍ਰਬੰਧ ਦੇ ਵਿੱਚ ਕਿਸੇ ਹੋਰ ਬੰਦੇ ਨੂੰ ਦਖਲ ਨਹੀਂ ਦੇਣ ਦਿੰਦੇ। ਇਸੇ ਕਰਕੇ ਇਹਦੇ ਰਿਜ਼ਲਟ ਆ ਰਹੇ ਆ ਤੇ 6ਵੀਂ ਫੇਰ ਕਰਵਾਉਣ ਨੂੰ ਅਸੀਂ ਤਿਆਰ ਬੈਠੇ ਹੈਗੇ ਆ। ਕੱਲ ਨੂੰ ਇਹ ਲਗਾਤਾਰ ਚਲਦੀਆਂ ਰਹਿਣਗੀਆਂ ਜੇ ਤੁਹਾਡੇ ਅਸੂਲ ਠੀਕ ਹੋਣ ਤਾਂ। ਜੀ ਅਜੈਬ ਜੀ, ਮੈਂ ਇੱਕ ਗੱਲ ਜ਼ਰੂਰ ਪੁੱਛਣਾ ਚਾਹੂੰਗੀ। ਇੱਕ ਗੱਲ ਇਹ ਹੈ ਕਿ ਪਿੱਛੇ ਜੇ ਵੀ ਇਹ ਖਬਰਾਂ ਬਹੁਤ ਜਿਹੜੀਆਂ ਸੁਰਖੀਆਂ ਵਿੱਚ ਆਈਆਂ ਸੀ ਕਿ ਵਿਸ਼ਵ ਪੰਜਾਬੀ ਕਾਨਫਰੰਸ ਦੇ ਜ਼ਰੀਏ ਕਬੂਤਰਬਾਜ਼ੀ ਨੂੰ ਵੀ ਕਿਤੇ ਨਾ ਕਿਤੇ ਇਹ ਹੁਲਾਰਾ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਅਜਿਹੇ ਲੋਕਾਂ ਨੂੰ ਸਾਹਿਤਕ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਕਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਵੀਜ਼ਾ ਲਗਵਾ ਦਿੱਤਾ ਜਾਵੇ। ਸੋ ਜਿਸ ਕਰਕੇ ਵਿਸ਼ਵ ਪੰਜਾਬੀ ਕਾਨਫਰੰਸ ਦਾ ਅਕਸ ਵੀ ਕੁਝ ਖਰਾਬ ਹੋਇਆ। ਇਹਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ? ਅੱਜ ਤੱਕ ਮੈਨੂੰ 5 ਕਾਨਫਰੰਸ 'ਚ ਜਿੰਨੇ ਵੀ ਬੰਦੇ ਸਾਡੇ ਆਏ, ਉਹ ਘੱਟੋ ਘੱਟ ਵੀ 1.5 ਜਾਂ 2 ਲੱਖ ਰੁਪਈਆ ਤਨਖਾਹ ਲੈਂਦੇ ਆ। ਪ੍ਰੋਫੈਸਰ ਹੈਗੇ ਆ ਸਾਰੇ, ਕੋਈ 40 ਸਾਲ ਤੋਂ ਉੱਪਰ ਹੋਣਾ, ਕੋਈ 50 ਸਾਲ ਦਾ, 60 ਸਾਲ ਹੋਣਾ। ਲੇਬਰ ਆ ਕੇ ਕਰ ਨਹੀਂ ਸਕਦੇ। ਕਿਸੇ ਨੇ ਹੋਰ ਗੇਮ ਵਿੱਚ ਭੰਗੜਾ ਪਾਉਣ ਦੇ ਵਿੱਚ, ਕਿਸੇ ਕਬੱਡੀ ਖੇਡ ਵਿੱਚ ਜਾ ਕੇ ਤੇ ਲੇਬਰ ਆ ਕੇ ਕਰ ਲਵੇ, ਉਹਦੇ ਤੇ ਕਬੂਤਰਬਾਜੀ ਹੋ ਸਕਦੀ ਹੈਗੀ ਆ। ਇਹ ਪ੍ਰੋਫੈਸਰ ਸਾਹਿਬਾਨ ਜਿਹੜੇ ਖੁਦ ਆਪਣੇ ਸਿਰ ਤੇ ਵੀ ਵੀਜ਼ਾ ਲੈ ਕੇ ਆ ਸਕਦੇ, ਜਿਨ੍ਹਾਂ ਦੀ 2-2 ਲੱਖ ਰੁਪਈਆ ਤਨਖਾਹ ਹੋਵੇ, ਉਹ ਇੱਥੇ ਕਿਉਂ ਕਬੂਤਰਬਾਜੀ ਕਰਕੇ ਆਉਣਗੇ? ਸਾਡੀ ਕਾਨਫਰੰਸ ਦੇ ਵਿੱਚ ਜਿਹੜੇ ਅਸੂਲ ਇੱਕ ਹੈਗਾ ਵਾ, ਤੁਸੀਂ ਤਾਂ ਕਬੂਤਰਬਾਜੀ ਗੱਲ ਕਰਦੇ ਹੋ, ਤਾਂ ਸਾਡੇ ਕੋਲ ਤਾਂ ਕਈ ਵਾਰੀ ਇਹੋ ਜਿਹੇ ਬੰਦੇ ਹੁੰਦੇ ਸਾਨੂੰ ਕਹਿੰਦੇ ਟਿਕਟ ਦਿਓ, ਉਹ ਤਾਂ ਟਿਕਟ ਸਾਡੇ ਕੋਲੋਂ ਭਾਲਦੇ, ਤਾਂ ਅਸੀਂ ਉਹਨਾਂ ਕੋਲ ਕਬੂਤਰਬਾਜੀ ਕੀ ਕਰਾਂਗੇ? ਸਾਡੇ ਕੋਲ ਕਾਨਫਰੰਸ 'ਚ ਬੰਦੇ ਆਉਣ ਵਾਲੇ, ਉਹਨਾਂ ਦਾ ਸਟੈਂਡਰਡ ਦੇਖੋ। ADGP ਸਾਹਿਬ ਅਰਸ਼ਿੰਦਰ ਸਿੰਘ ਜੀ ਚਾਵਲਾ ਆਏ ਆ, ਕਿ SSP ਸਾਹਿਬ ਆਉਂਦੇ ਹੈਗੇ ਆ। ਇਸ ਲੈਵਲ ਦੇ ਬੰਦੇ ਦੀ ਕਬੂਤਰਬਾਜੀ ਨਹੀਂ ਹੁੰਦੀ। ਉਹਨਾਂ ਕੋਲ ਦਿਨ ਵੀ 5 ਹੁੰਦੇ ਆ, 7 ਹੁੰਦੇ ਹੈਗੇ ਆ। ਉਹਨੇ ਦਿਨਾਂ 'ਚ ਉਹ ਵਾਪਸ ਮੁੜ ਕੇ ਜਾਂਦੇ। ਅੱਜ ਤੱਕ ਜਿਹੜੀਆਂ ਸਾਡੀਆਂ ਕਾਨਫਰੰਸਾਂ ਕਰਾਈਆਂ, ਹਰੇਕ ਬੰਦਾ ਵਾਪਸ ਉਹਦੇ ਵਿੱਚ ਗਿਆ। ਉਦੋਂ ਬਾਅਦ ਵਿੱਚ ਉਹਨਾਂ ਦਾ ਬੱਚਾ ਇੱਥੇ ਕੋ ਆ ਗਿਆ, ਉਹਨਾਂ ਕੋਲ ਆ ਕੇ ਉਹਨੇ ਇਮੀਗ੍ਰੇਸ਼ਨ ਲੈ ਲਈ, ਵੱਖਰੀ ਹੋਊਗੀ। ਪਰ ਕਾਨਫਰੰਸ ਦੇ ਵਿੱਚ ਆਉਣ ਤੋਂ ਬਾਅਦ ਹਰੇਕ ਬੰਦਾ ਵਾਪਸ ਮੁੜ ਕੇ ਗਿਆ। ਤੁਸੀਂ ਇੱਕ ਹੋਰ ਹੁਣ ਸੰਸਥਾ ਬਣਾਈ ਹੈ ਜਿਹਦਾ ਨਾਮ ਹੈ ਜੀ ਜਗਤ ਪੰਜਾਬੀ ਸਭਾ। ਤੁਸੀਂ ਆਲਰੇਡੀ ਪੱਪਾ ਦੇ ਚੇਅਰਮੈਨ ਰਹਿ ਚੁੱਕੇ ਹੋ। ਉਸ ਤੋਂ ਬਾਅਦ ਆਹ ਸਭਾ ਬਣਾਉਣ ਦੀ ਕੀ ਲੋੜ ਸੀ? ਜਿਹੜੀ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਹੈਗੀ ਆ, ਇਹ ਕੈਨੇਡਾ ਦੇ ਬੰਦਿਆਂ ਦੀ ਆ। ਜਿਹੜੇ ਅਸੀਂ 25 ਬੰਦੇ ਕਰ ਰਹੇ ਸੀਗੇ, ਸਾਨੂੰ ਐਂ ਲੱਗਾ ਵੀ ਇੱਕ ਦੇਸ਼ ਦੇ ਬੰਦੇ ਇਕੱਠੇ ਹੋ ਕੇ ਅਸੀਂ ਕਹੇ ਨੇ ਬਾਕੀ ਵਿਸ਼ਵ ਦੇ ਬੰਦਿਆਂ ਨੂੰ ਇਕੱਠੇ ਕਰਦੇ ਹੈਗੇ ਆ। ਕਿਉਂ ਨਾ ਅਸੀਂ ਵਿਸ਼ਵ ਦੇ ਬਾਕੀ ਬੰਦਿਆਂ ਦੇ ਕੋਲੋਂ ਵੀ ਇੱਕ ਬੰਦਾ ਨੁਮਾਇੰਦਾ ਵਿੱਚ ਪਾ ਕੇ ਸਾਂਝੀ ਇੱਕ ਕਮੇਟੀ ਬਣਾਈ ਜਾਵੇ। ਉਹ ਕਮੇਟੀ ਬਣਾਉਣ ਦੇ ਕਰਕੇ ਅਸੀਂ ਜਗਤ ਪੰਜਾਬੀ ਸਭਾ ਬਣਾਈ ਆ, ਜਿਹਦੇ ਵਿੱਚ ਸਾਡੇ ਪੈਟਰਨ ਸਭ ਤੋਂ ਜਿਹੜੇ ਹੈੱਡ ਹੈਗੇ ਆ, ਉਹ ਡਾਕਟਰ SS ਗਿੱਲ ਸਾਹਿਬ ਹੈਗੇ ਆ, ਜਿਹੜੇ VCs ਰਹਿ ਚੁੱਕੇ ਹੈਗੇ ਆ। ਇਵੇਂ ਹੀ ਅਮਰੀਕਾ 'ਚੋਂ ਮਨਰੀਤ ਕੌਰ ਜੀ USA ਤੋਂ ਹੈਗੇ ਆ, ਬਿੱਲਾ ਔਲਖ ਆਸਟ੍ਰੇਲੀਆ ਤੋਂ ਹੈਗੇ ਆ, ਪਾਕਿਸਤਾਨ ਤੋਂ ਅਫਜ਼ਲ ਰਾਜ ਜੀ ਹੈਗੇ ਆ। ਹਰੇਕ ਕੰਟਰੀ ਤੋਂ ਵੱਖ-ਵੱਖ ਤੋਂ ਬੰਦਾ ਲੈ ਕੇ ਵਰਲਡ ਪੰਜਾਬੀ ਕਾਨਫਰੰਸ ਕਰਾਈ ਹੈਗੀ। ਸਾਡਾ ਇਹ ਤਜਰਬਾ ਹੈਗਾ ਵਾ। ਐਕੀ ਜਿਹੜੀ ਇਹ ਕਾਨਫਰੰਸ ਕਰਾ ਰਹੇ ਆ, ਉਹ ਵੀ ਜਗਤ ਪੰਜਾਬੀ ਸਭਾ ਦੇ ਨਾਂ ਥੱਲੇ ਹੀ ਕਰਵਾ ਰਹੇ ਹੈਗੇ ਆ। ਦੇਖਾਂਗੇ ਵੀ ਚੀਜ਼ ਕੀ ਹੁੰਦੀ ਹੈਗੀ ਆ। ਜੇ ਠੀਕ ਚੱਲਿਆ ਤਾਂ ਚਲਾਵਾਂਗੇ, ਨਹੀਂ ਤਾਂ ਜਿੱਦਾਂ ਹੋਊਗਾ ਵਾਹਿਗੁਰੂ ਨੂੰ ਪਾਊਗਾ ਉਸੇ ਤਰ੍ਹਾਂ ਸਹੀ। ਬਿਲਕੁਲ। ਤੇ ਇੱਕ ਤੁਸੀਂ ਕਿਤਾਬ ਵੀ ਜਿਹੜੀ ਆ ਉਹਦੇ ਉੱਤੇ ਵੀ ਹਮਲਾ ਮਾਰਿਓ, ਜਿਹਦੇ ਵਿੱਚ 101 ਪੰਜਾਬੀਆਂ ਦੀ ਇਹ ਸੂਚੀ ਹੋਏਗੀ ਕਿਤਾਬ ਦੀ। ਇਹ ਕਿਤਾਬ ਛਾਪਣ ਦਾ ਦਿਮਾਗ ਦੇ ਵਿੱਚ ਕਿਵੇਂ ਆਇਆ? ਕਿਉਂਕਿ ਅਸੀਂ ਦੇਖਦੇ ਹਾਂ ਆਲਰੇਡੀ ਪਹਿਲਾਂ ਵੀ ਐਵੇਂ ਦੀਆਂ ਕਿਤਾਬਾਂ ਛਪ ਚੁੱਕੀਆਂ ਨੇ, ਜਿਹਦੇ ਵਿੱਚ 101 ਸਿੱਖ ਜਿਹੜੇ ਨੇ, ਜਿਨ੍ਹਾਂ ਨੇ ਸਾਡੇ ਸਿੱਖ ਭਾਈਚਾਰੇ ਨੂੰ, ਜਿਨ੍ਹਾਂ ਨੇ ਪ੍ਰਾਊਡ ਫੀਲ ਕਰਵਾਇਆ ਵਾ, ਉਹਨਾਂ ਦੇ ਨਾਮ ਦਰਜ ਕੀਤੇ ਗਏ ਨੇ। ਸੋ ਹੁਣ ਇੱਕ ਨਵਾਂ ਹਮਲਾ ਮਾਰਨ ਦੀ ਕੀ ਲੋੜ ਸੀ? ਇਹ ਉਸ ਜਿਹੜੀ ਕਿਤਾਬ ਦਾ ਤੁਸੀਂ ਨਾਂ ਦੱਸਿਆ ਨਾ ਜੀ, ਇਸੇ ਕਿਤਾਬ ਨੇ ਮੇਰਾ ਹਮਲਾ ਮਰਵਾਇਆ ਜੀ। ਮੈਂ ਇੰਡੀਆ 'ਚ ਗਿਆ ਤੇ ਉੱਥੇ ਮੈਂ ਕਿਤਾਬ ਦੇਖੀ ਜਿਸ 'ਚ ਲਿਖਿਆ ਸੀ ਪ੍ਰੋਮੀਨੈਂਟ ਸਿੱਖਸ ਆਫ USA। ਤੇ ਮੈਂ ਆਖਿਆ ਵੀ ਅਸੀਂ ਇੱਕ ਕੰਟਰੀ ਦੀ ਬਜਾਏ ਅਸੀਂ ਸਾਰੇ ਪੰਜਾਬੀਆਂ ਦੀ ਕਿਉਂ ਨਾ ਬਣਾਈਏ, ਉਹ 'ਚ ਇਕੱਲੇ ਸਿੱਖਾਂ ਦੀ ਨਾ ਹੋਵੇ। ਇਹਦੇ ਵਿੱਚ ਹਿੰਦੂ ਵੀ ਹੋਣਗੇ, ਮੁਸਲਮਾਨ ਵੀ ਹੋਣਗੇ, ਈਸਾਈ ਵੀ ਹੋਣਗੇ, ਸਿੱਖ ਵੀ ਹੋਣਗੇ। ਅਸੀਂ ਚੌਹਾਂ ਧਰਮਾਂ ਨੂੰ ਛੱਡ ਕੇ ਪੰਜਾਬੀਆਂ ਦੇ ਵੱਲੋਂ ਜਿਨ੍ਹਾਂ ਨੇ ਪੰਜਾਬੀਅਤ ਦਾ ਨਾਂ ਰੋਸ਼ਨ ਕੀਤਾ ਹੈਗਾ ਵਾ, ਉਹਨਾਂ ਦੀ ਅਸੀਂ ਲਿਸਟ ਤਿਆਰ ਕਰਵਾ ਰਹੇ ਹੈਗੇ ਆ। ਉਹਨਾਂ ਦੀ ਕਾਪੀ ਅਸੀਂ ਆਲਰੇਡੀ ਵੈਬਸਾਈਟ ਦੀ ਬਣਾ ਚੁੱਕੇ ਹਾਂ, jagtpunjabisabha.com। ਉਹ 'ਤੇ ਫਾਰਮ ਵੀ ਪਾਇਆ ਹੈ, ਬੰਦਾ ਨੋਮੀਨੇਸ਼ਨ ਉਹਦੇ ਲਈ ਆਪਣਾ ਨਾਂ ਕਰ ਸਕਦਾ ਹੈਗਾ ਵਾ। ਤੇ ਅਸੀਂ ਉਹ ਇਸ ਕਰਕੇ ਸ਼ੁਰੂ ਕੀਤਾ ਹੈਗਾ ਤਾਂ ਕਿ ਇਕੱਲੇ ਸਿੱਖਾਂ ਦੀ ਨਾ ਹੋਵੇ, ਅਸੀਂ ਸਾਰੇ ਪੰਜਾਬੀਆਂ ਦੀ ਇੱਕ ਲਿਸਟ ਤਿਆਰ ਕਰ ਸਕੀਏ। ਸਾਨੂੰ ਇਹ ਚੰਗਾ ਲੱਗੂਗਾ ਜੀ। ਬਿਲਕੁਲ। ਕਿ ਜਿਹੜੇ ਵੀ ਨੋਮੀਨੇਸ਼ਨ ਇਸ ਵਕਤ ਆਪਣੀ ਫਿਲ ਕਰ ਸਕਦੇ ਆ, ਉਹਨਾਂ ਨੂੰ ਤੁਸੀਂ ਚੂਜ਼ ਕਰੋਗੇ ਜਾਂ ਪੂਰਾ ਪੈਨਲ ਬੈਠੇਗਾ ਜਿਹੜਾ ਬੈਠ ਕੇ ਡਿਸਕਸ ਕਰੇਗਾ ਕਿ ਕਿਹੜਾ ਬੁੱਕ ਵਿੱਚ ਸ਼ਾਮਿਲ ਕਰਨਾ ਚਾਹੀਦਾ, ਕਿਹਨੂੰ ਨਹੀਂ? ਨਹੀਂ, ਇਹ ਤਾਂ ਪੈਨਲ ਨੇ ਬੈਠ ਕੇ ਡਿਸਾਈਡ ਕਰਨਾ ਜੀ। ਸਾਡੇ SS ਗਿੱਲ ਸਾਹਿਬ ਹੈਗੇ ਆ, ਤੇ ਉਹਦੇ ਵਿੱਚ ਇਹਨਾਂ ਜ਼ਰੂਰ ਕਰਾਂਗੇ। ਇਹਦੇ ਵਿੱਚ ਮੇਰੇ ਖਿਆਲ ਕੋਈ ਵੀ ਮੇਰੇ ਚਾਚੇ ਦਾ, ਤਾਏ ਦਾ ਪੁੱਤ ਨਹੀਂ ਹੋਣਾ, ਕੋਈ ਰਿਲੇਟਿਵ ਮੇਰਾ ਨਹੀਂ ਹੋਣਾ। ਇਸ ਕਰਕੇ ਤੇ ਇਸ ਕਰਕੇ ਜਿੰਨੇ ਅਸੀਂ ਸਹੀ ਬੰਦੇ ਚੁਣਾਂਗੇ, ਉਨੀ ਸਾਡੀ ਜਗਤ ਪੰਜਾਬੀ ਸਭਾ ਦੀ ਕ੍ਰੈਡੀਬਿਲਿਟੀ ਬਣੂਗੀ। ਅਸੀਂ ਸਿਰਫ ਲੋੜ ਪੈਂਦੀ ਆ ਜੀ, ਹੁਣ ਪਹਿਲਾਂ ਕੋਈ ਬੰਦਾ ਚੰਗਾ ਵੀ ਅਪਲਾਈ ਨਹੀਂ ਕਰਦਾ
ਤੇ ਉਹਦੇ ਲਈ ਅਸੀਂ ਇੱਕ ਭਾਲਿਆ ਹੈਗਾ ਵੀ ਜੇ ਬੰਦਾ ਆਪ ਨਹੀਂ ਅਪਲਾਈ ਕਰਦਾ ਤੇ ਤੁਸੀਂ ਹੋਰ ਬੰਦਾ ਅਪਲਾਈ ਕਰ ਦਿਓ, ਜਾਂ ਉਹ ਆਪ ਵੀ ਕਰ ਲਵੇ। ਆਪ ਕਈ ਵਧੀਆ ਬੰਦਾ ਕਈ ਵਾਰੀ ਕਰਦਾ ਨੇਗਾ, ਤੇ ਕਈਆਂ ਬੰਦਾ ਅਸੀਂ ਖੁਦ ਆਪ ਵੀ ਪਹੁੰਚ ਕਰ ਰਹੇ ਹੈਗੇ ਆ ਵੀ ਅਸੀਂ ਚਾਹੁੰਦੇ ਹੈਗੇ ਆ ਵੀ ਤੁਹਾਡਾ ਨਾਂ ਇਸ ਕਿਤਾਬ ਵਿੱਚ ਪਾਇਆ ਜਾਵੇ, ਤੇ ਜੇ ਸਾਨੂੰ ਅਲਾਉ ਕਰਨਗੇ। ਕਿਉਂਕਿ ਕਿਤਾਬ ਬਣਨ ਤੋਂ ਬਾਅਦ ਮੈਂ ਤੁਹਾਨੂੰ ਅੱਜ ਹੀ ਦੱਸ ਦਿੰਦਾ ਹੈਗਾ ਵਾ, ਬਹੁਤ ਸਾਰਾ ਬੰਦਾ ਇਹ ਅਲਾਂਭਾ ਹੋਣਾ ਵੀ ਇਸ ਬੰਦੇ ਦਾ ਨਾਂ ਐਡ ਕਿਉਂ ਨਹੀਂ ਕੀਤਾ ਗਿਆ। ਠੀਕ ਆ, ਇਹ ਨਹੀਂ ਦੱਸਣਾ ਵੀ ਉਸ ਬੰਦੇ ਨੇ ਕਦੀ ਅਪਲਾਈ ਨਹੀਂ ਕੀਤਾ, ਸਾਨੂੰ ਉਹਦੇ ਬਾਰੇ ਨਹੀਂ ਪਤਾ ਸੀਗਾ। ਜੇ ਅੱਜ ਸਾਨੂੰ ਅਪਲਾਈ ਕਰ ਦੇਣ, ਉਹਨੂੰ ਕੰਸੀਡਰ ਕਰਕੇ, ਸਾਡਾ ਸਿਰਫ ਗੋਲ ਇੱਕੋ ਹੀ ਹੈ, ਅਸੀਂ ਗੂਗਲ ਦੇ ਮਾਹਰ ਵਾਂ, ਅਸੀਂ ਗੂਗਲ 'ਚ ਉਹਦਾ ਨਾਂ ਪਾ ਦਿੰਦੇ ਆ। ਜੇ ਉਹਦਾ ਕ੍ਰਿਮੀਨਲ ਰੈਕੋਰਡ ਹੋਵੇ, ਉਹ ਜਿੰਨੇ ਮਰਜ਼ੀ ਉਹ ਕੋਲ ਪੈਸੇ ਹੋਣ, ਜਿੰਨੀਆਂ ਮਰਜ਼ੀ ਉਹ ਆਪਦੀਆਂ ਸਿਫਤਾਂ ਕਰੀ ਜਾਵੇ, ਉਹਦਾ ਨਾਂ ਸਾਡੇ ਕੋਲ ਨਹੀਂ ਪੈਣਾ। ਜਿਹੜਾ ਕ੍ਰਿਮੀਨਲ ਰੈਕੋਰਡ ਨਹੀਂਗਾ, ਜਿਹਨੇ ਇਮਾਨਦਾਰੀ ਨਾਲ ਪੰਜਾਬੀ ਆਪ ਦਾ ਨਾਮ ਵੀ ਬਣਾਇਆ, ਆਪਦੇ ਪਰਿਵਾਰ ਦਾ ਨਾਮ ਵੀ ਬਣਾਇਆ ਤੇ ਪੰਜਾਬੀਆਂ ਦਾ ਨਾਮ ਬਣਾਇਆ, ਉਸ ਬੰਦੇ ਦਾ ਨਾਮ ਜ਼ਰੂਰ ਇਹਦੇ ਵਿੱਚ ਅਸੀਂ ਐਡ ਕਰਾਂਗੇ। ਜੀ ਬਿਲਕੁਲ ਜੀ, ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਤੇ ਜਿਹੜੇ ਇਸ ਵਕਤ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ? ਸਿਰਫ ਇੱਕੋ ਹੀ ਮੈਂ ਬੇਨਤੀ ਕਰੂੰਗਾ ਵੀ ਜਿਹੜੀ ਇੱਕ ਦੁਨੀਆ ਦੇ 101 ਸਰਮੋਰ ਪੰਜਾਬੀਆਂ ਦੀ ਇੱਕ ਲਿਸਟ ਅਸੀਂ ਤਿਆਰ ਕਰਵਾ ਰਹੇ ਹੈਗੇ ਆ, ਤੇ ਮਿਹਰਬਾਨੀ ਕਰਕੇ ਤੁਸੀਂ jagatpunjabisabha.com ਤੇ ਜਾ ਕੇ ਉੱਥੇ ਫਾਰਮ ਹੈਗਾ ਵਾ, ਫਾਰਮ ਭਰ ਦਿਓ। ਅਸੀਂ ਇਸ ਬੰਦੇ ਦਾ ਨਾਂ ਨੋਮੀਨੇਟ ਕਰਨਾ ਚਾਹੁੰਦੇ ਹੈਗੇ ਆ। ਉਸ ਬੰਦੇ ਬਿਲਕੁਲ ਹੀ, ਜੇ ਉਹ ਸਾਡੇ ਉਸ 101 ਦੇ ਲਿਸਟ 'ਚ ਆਉਣਗੇ, ਉਹਨਾਂ ਜ਼ਰੂਰ ਨਾਂ ਪਾਇਆ ਜਾਊਗਾ। ਜੀ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਮਾਂ ਕੱਢਿਆ ਤੇ ਸਾਡੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ। ਉਮੀਦ ਕਰਦੇ ਹਾਂ ਵਿਸ਼ਵ ਪੰਜਾਬੀ ਕਾਨਫਰੰਸ ਇਸ ਵਾਰੀ ਸਾਨੂੰ ਵੀ ਅਟੈਂਡ ਕਰਨ ਦਾ ਮੌਕਾ ਮਿਲੇ, ਤੇ ਅਸੀਂ ਵੀ ਆ ਕੇ ਜ਼ਰੂਰ ਦੇਖਾਂਗੇ ਕਿ ਜੋ ਉਸ ਵਿਸ਼ੇ ਉੱਤੇ ਵਿਚਾਰ ਚਰਚਾ ਕੀਤੀ ਗਈ ਅੱਗੇ ਤੱਕ ਕਿੱਥੇ ਤੱਕ ਪਹੁੰਚਦੇ ਹਾਂ। ਮਿਹਰਬਾਨੀ, ਧੰਨਵਾਦ ਤੁਹਾਡਾ ਜੀ, ਤੁਹਾਡੇ ਰਾਹੀਂ ਲੋਕਾਂ ਨਾਲ ਜਰੀਏ ਨਾਲ ਤੁਹਾਡੇ ਦਰਸ਼ਨ ਹੋ ਸਕੇ। ਬਿਲਕੁਲ ਜੀ। ਸੋ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਖਾਸ ਮੁਲਾਕਾਤ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ, ਤੇ ਇੱਕ ਗੱਲ ਜ਼ਰੂਰ, ਆਪਣੀ ਪੰਜਾਬੀ ਭਾਸ਼ਾ ਨੂੰ ਨਾ ਭੁੱਲੋ। ਜਿੱਥੇ ਵੀ ਜਾਓ ਪੰਜਾਬੀ, ਜੇਕਰ ਕੋਈ ਸਮਝਦਾ ਪੰਜਾਬੀ ਵਿੱਚ ਗੱਲ ਜ਼ਰੂਰ ਕਰੋ। ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ੍ਰੀ ਅਕਾਲ।